ਗੁਰਸਿੱਖ ਨਿਊਜ਼ ਦੇ ਪ੍ਰੋਗਰਾਮ ਪੰਥਕ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਚਰਚਾ ਦੇ ਵਿੱਚ ਸਾਡੇ ਨਾਲ ਭਾਗ ਲੈ ਰਹੇ ਨੇ ਉੱਘੇ ਇਤਿਹਾਸਕਾਰ ਅਤੇ ਸਿੱਖ ਚਿੰਤਕ ਡਾਕਟਰ ਗੁਰਦਰਸ਼ਨ ਸਿੰਘ ਜੀ ਢਿੱਲੋਂ, ਜੋ ਸਮੇਂ-ਸਮੇਂ ਆਪਣੀ ਬੁੱਧੀਜੀਵਤਾ ਦੇ ਨਾਲ ਕੌਮ ਦਾ ਮਾਰਗਦਰਸ਼ਨ ਕਰਦੇ ਰਹਿੰਦੇ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ ਤੁਹਾਡੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਇੱਕ ਗੱਲ ਦੱਸੋ ਜੀ, ਅੱਜ ਪੰਥ ਦੇ ਵਿੱਚ ਇਹ ਚਰਚਾ ਪੂਰੀ ਗਰਮਜੋਸ਼ੀ ਨਾਲ ਚੱਲ ਰਹੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ 1984 ਦੇ ਕਤਲੇਆਮ ਦੇ ਪੀੜਤਾਂ ਵਾਸਤੇ ਜੋ ਮੁਆਵਜ਼ੇ ਦੀ ਗੱਲ ਕੀਤੀ ਹੈ 5 ਲੱਖ ਰੁਪਏ ਦੀ, ਤੇ ਉਸ ਤੋਂ ਅਗਲੇ ਹੀ ਦਿਨ ਉਹਨਾਂ ਦੇ ਗ੍ਰਹਿ ਮੰਤਰਾਲਿਆ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਇਹੋ ਜਿਹਾ ਸਾਡਾ ਕੋਈ ਪ੍ਰੋਗਰਾਮ ਨਹੀਂ, ਤੇ ਅਖਬਾਰਾਂ ਵਿੱਚ ਇਹ ਛਪੀਆਂ ਖਬਰਾਂ ਝੂਠੀਆਂ ਨੇ। ਇਹਦੇ ਉੱਤੇ ਸਿੱਖ ਚਿੰਤਕਾਂ ਦਾ ਕੀ ਪ੍ਰਤੀਕਰਮ ਹੈ ਜੀ? ਦੇਖੋ, ਗੱਲ ਇਹ ਹੈ, ਪਹਿਲਾਂ ਤਾਂ ਸਮਝਣਾ ਪਊਗਾ ਮੋਦੀ ਸਾਹਿਬ ਦੀ ਕੀ ਜ਼ਹਿਨੀਅਤ ਹੈ, ਫਿਰ ਉਸ ਦੇ ਨਾਲ ਹੀ ਸਾਨੂੰ ਸਮਝਣਾ ਪਊਗਾ ਕਿ ਉਸ ਪਾਰਟੀ ਦੀ ਕੀ ਜ਼ਹਿਨੀਅਤ ਹੈ ਜੀ, ਉਸ ਦੇ ਮਗਰ ਕਿਹੜੀ ਸ਼ਕਤੀ ਆ ਜਿਹੜੀ ਉਸ ਪਾਰਟੀ ਨੂੰ ਚਲਾਉਂਦੀ ਆ। ਮੇਰਾ ਭਾਵ RSS ਤੋਂ ਜੀ। RSS ਦਾ ਇੱਕ ਸਿੱਖਾਂ ਪ੍ਰਤੀ ਐਸਟੈਬਲਿਸ਼ਡ ਏਜੰਡਾ ਹੈ ਜੀ, ਜਿਹੜਾ ਅੱਜ ਨਹੀਂ ਬਣਿਆ, ਉਹ ਪ੍ਰੀ ਪਾਰਟੀਸ਼ਨ ਡੇਜ਼ ਤੋਂ ਬਣਿਆ ਹੋਇਆ। ਜਦੋਂ ਦੀ RSS ਹੋਂਦ ਦੇ ਵਿੱਚ ਆਈ ਆ, ਉਹਨਾਂ ਨੇ ਆਪਣਾ ਪੋਲਿਸੀ ਪ੍ਰੋਗਰਾਮ ਬਣਾਇਆ ਹੋਇਆ ਜੀ ਵੀ ਸਿੱਖਾਂ ਨੂੰ ਕਿਸ ਤਰੀਕੇ ਨਾਲ ਅਸੀਂ ਡੀਲ ਕਰਨਾ ਜੀ। ਅੱਜ ਦੇ ਵਿੱਚ ਜਿਹੜੀ RSS ਆ, ਉਸ ਦੇ ਕੋਲ ਹਿੰਦੁਸਤਾਨ ਦੀ ਸਿਆਸਤ ਦੀ ਵਾਗਡੋਰ ਆ ਪਿਛਲੇ ਪਾਸਿਓਂ। ਇਹ ਜਿਹੜਾ ਹੈਗਾ ਇਹ ਫਰੰਟ ਰਨਰ ਆ ਮੋਦੀ ਆ, ਜਿਹੜਾ ਨਰਿੰਦਰ BJP ਜਾਂ ਨਰਿੰਦਰ ਮੋਦੀ। ਕੋਈ ਇਹ ਦੋ ਚੀਜ਼ਾਂ ਨਹੀਂ ਵੱਖਰੀਆਂ, ਇੱਕੋ ਹੀ ਚੀਜ਼ ਆ ਜੀ। ਉਹਨਾਂ ਨੇ RSS ਰੱਖ ਲਿਆ, ਇਹਨਾਂ ਨੇ BJP ਹੈ ਇੱਕੋ ਹੀ ਜੀ, ਇੱਕੋ ਹੀ ਇਹਨਾਂ ਦਾ ਸਰੂਪ ਆ, ਇੱਕੋ ਹੀ ਇਹਨਾਂ ਦੀ ਪੋਲਿਸੀ ਆ, ਇੱਕੋ ਹੀ ਇਹਨਾਂ ਦਾ ਕਿਰਦਾਰ ਆ, ਇੱਕ ਹੀ ਤਰੀਕੇ ਨਾਲ ਇਹ ਡੀਲ ਕਰ ਰਹੇ ਆ। ਹੁਣ ਸਵਾਲ ਇਹ ਆ, ਇਹਨਾਂ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਿੱਖਾਂ ਦੇ ਧਰਮ ਪਰਿਵਰਤਨ ਦੇ ਉੱਤੇ ਇਹਨਾਂ ਦਾ ਸਾਰਾ ਜ਼ੋਰ ਆ ਜੀ। ਅੱਜ ਸਥਿਤੀ ਬਹੁਤ ਗੰਭੀਰ ਆ ਸਿੱਖਾਂ ਲਈ, ਔਰ ਸਿੱਖ ਇਸ ਗੱਲ ਲਈ ਅਵੇਸਲੇ ਆ। ਉਹ ਇਹ ਆ ਕਿ ਇਹ ਯਤਨਸ਼ੀਲ ਹਨ ਆਪਣੀ ਸਾਰੀ ਤਾਕਤ ਲਾਉਣ ਲਈ ਕਿ ਕਿਸੇ ਤਰੀਕੇ ਨਾਲ ਸਿੱਖ ਆਪਣੀ ਇੰਡੀਪੈਂਡੈਂਟ ਆਜ਼ਾਦਾਨਾ ਹੈਸੀਅਤ ਨੂੰ ਭੁੱਲ ਜਾਣ। ਉਹ ਆਪਣੇ ਆਪ ਨੂੰ ਇਹ ਮੰਨਣ ਲੱਗ ਜਾਣ ਜਿਸ ਤਰ੍ਹਾਂ ਹਿੰਦੂਆਂ ਦੇ ਹੋਰ ਅਨੇਕਾਂ ਸੈਕਟ ਆ, ਉਸੇ ਤਰੀਕੇ ਨਾਲ ਹਿੰਦੂ ਜਿਹੜੇ ਸਿੱਖ ਆ ਉਹ ਹਿੰਦੂਆਂ ਦਾ ਸੈਕਟ ਆ ਜੀ। ਔਰ ਗੁਰੂ ਨਾਨਕ ਕੋਈ ਰੈਵੋਲੂਸ਼ਨਰੀ ਨਹੀਂ ਸੀ, ਗੁਰੂ ਨਾਨਕ ਨੇ ਕੋਈ ਨਵਾਂ ਧਰਮ ਨਹੀਂ ਬਣਾਇਆ। ਗੁਰੂ ਨਾਨਕ ਨੇ ਥੋੜ੍ਹੇ ਬਹੁਤੇ ਸੁਧਾਰ ਕੀਤੇ ਆ ਜਿਹੜੇ ਕਿ ਇਹਦੇ ਵਿੱਚ ਸੀ ਹਿੰਦੂ ਮਤ ਦੇ ਵਿੱਚ। ਤੋ ਇਹ ਸਾਰੀ ਜਿਹੜੀ ਪ੍ਰਕਿਰਿਆ ਜੋ ਇਹ ਕਰ ਰਹੇ ਆ, ਇਹ ਇਸ ਗੱਲ ਦੇ ਆਲੇ ਦੁਆਲੇ ਘੁੰਮਦੀ ਹੈ। ਡਾਕਟਰ ਸਾਹਿਬ, ਫਿਰ ਕੀ ਇਸੇ ਕਾਰਨ ਹੀ ਥੋੜ੍ਹੇ ਦਿਨਾਂ ਬਾਅਦ RSS ਦੇ ਚੀਫ ਤੇ ਨਰਿੰਦਰ ਮੋਦੀ ਇਹ ਬਿਆਨ ਦੇ ਰਹੇ ਨੇ ਕਿ ਸਿੱਖ ਹਿੰਦੂ ਧਰਮ ਦਾ ਇੱਕ ਹਿੱਸਾ ਹੈ? ਕੀ ਇਹ ਉਸੇ ਏਜੰਡੇ ਦੇ ਤਹਿਤ ਹੀ ਸਾਰੀ ਗੱਲਬਾਤ? ਸਾਰੀ ਚੀਜ਼ ਉਸੇ ਏਜੰਡੇ ਦੇ ਮੁਤਾਬਕ ਚੱਲ ਰਹੀ ਹੈ, ਅੱਜ ਦੀ ਨਹੀਂ ਚੱਲ ਰਹੀ ਜੀ। ਮੈਂ ਤੁਹਾਨੂੰ ਬੇਨਤੀ ਕੀਤੀ ਆ ਵੀ ਜਦੋਂ ਦੀ RSS ਹੋਂਦ ਦੇ ਵਿੱਚ ਆਈ ਆ, 1925 ਤੋਂ ਹੋਂਦ ਦੇ ਵਿੱਚ ਆਈ ਹੈ ਜੀ। ਉਦੋਂ ਪਹਿਲਾਂ ਹਿੰਦੂ ਮਹਾਸਭਾ ਸੀ, ਇਹ ਹਿੰਦੂ ਮਹਾਸਭਾ ਦਾ ਦੂਸਰਾ ਰੂਪ ਆ, ਬਦਲਿਆ ਹੋਇਆ ਰੂਪ ਆ। ਤੋ ਉਸ ਕੰਟੈਕਸਟ ਦੇ ਵਿੱਚ ਇਹਨਾਂ ਨੇ ਉਸ ਪਾਲਿਸੀ ਨੂੰ ਅਨਫੋਲਡ ਕੀਤਾ ਜੀ, ਕਿਉਂਕਿ ਹੁਣ ਇਹਨਾਂ ਕੋਲ ਸਿਆਸੀ ਤਾਕਤ ਵੀ ਆ ਜੀ। ਹੁਣ ਇਸ ਵੇਲੇ ਇਹ ਸਾਰਾ ਯਤਨ ਲਾ ਰਹੇ ਆ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਅਸੀਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਜਿਹੜੀ ਆ ਉਸ 'ਤੇ ਕਾਬਜ਼ ਹੋ ਜਾਈਏ। ਉਸ 'ਤੇ ਕਾਬਜ਼ ਹੋਣ ਦੇ ਨਾਲ ਅਸੀਂ ਜਿਹੜੇ ਤਖਤਾਂ ਦੇ ਜਥੇਦਾਰ ਆ ਉਹਨਾਂ ਨੂੰ ਮੈਨੂਵਰ ਕਰ ਲਈਏ। ਇਹਨਾਂ ਨੇ ਆਲਰੇਡੀ ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਸੀ, ਸਿਰਮੌਰ ਸੰਸਥਾ, ਉਸ ਦਾ ਆਚਰਨ ਬਦਲ ਦਿੱਤਾ, ਉਸ ਦਾ ਸਾਰਾ ਕਰੈਕਟਰ ਬਦਲ ਦਿੱਤਾ, ਔਰ ਉਸ ਨੂੰ ਪੰਜਾਬੀ ਪਾਰਟੀ ਬਣਾ ਲਿਆ। ਔਰ ਉਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਜਾਂ ਉਸ ਦਾ ਪਰਿਵਾਰ ਜਿਹੜਾ ਪੰਜਾਬ ਦੇ ਵਿੱਚ ਸਿਆਸੀ ਤਾਕਤ ਦੇ ਉੱਤੇ ਬੈਠਾ, ਉਹ ਇਹਨਾਂ ਦਾ ਹੱਥ ਠੋਕਾ। ਜਿਵੇਂ ਇਹ ਕਹਿੰਦੇ ਆ ਉਸੇ ਤਰੀਕੇ ਨਾਲ ਉਹ ਪੰਜਾਬ ਦੀਆਂ ਜਿਹੜੀਆਂ ਸਿਆਸਤ ਆ ਉਸ ਨੂੰ ਚਲਾਉਂਦਾ।
ਤੁਹਾਡੇ ਕਹਿਣ ਤੋਂ ਭਾਵ ਹੈ ਕਿ ਵੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਕੋਲ ਆਪਣੀ ਜਾਂ ਸਿੱਖੀ ਸੋਚ ਕੋਈ ਨਹੀਂ, ਜਿਵੇਂ ਆਰਐਸਐਸ ਨੂੰ ਡਾਇਰੈਕਸ਼ਨ ਦਿੰਦੀ ਹੈ ਜਾਂ ਨਰਿੰਦਰ ਮੋਦੀ ਜੀ ਨੂੰ ਡਾਇਰੈਕਸ਼ਨ ਦਿੰਦੇ ਨੇ, ਉਹਦੇ ਅਕੋਰਡਿੰਗਲੀ ਹੀ ਉਹ ਕੰਮ ਕਰਦੇ ਨੇ। ਪਰ ਆਪਣੀ ਸੋਚ, ਸਿੱਖੀ ਸੋਚ ਉਹਨਾਂ ਕੋਲ ਖਤਮ ਹੋ ਚੁੱਕੀ ਹੈ। ਉਹਨਾਂ ਦੇ ਕੋਲ ਨਾ ਸਿੱਖੀ ਸੋਚ ਹੈ, ਨਾ ਇੰਨੀ ਜੁਰਤ ਜੀ। ਉਹ ਕਿਉਂਕਿ ਉਹਨਾਂ ਦੀ ਕੋਈ ਕਨਵਿਕਸ਼ਨ ਨਹੀਂ, ਸਿਰਫ ਤੇ ਸਿਰਫ ਉਹਨਾਂ ਦਾ ਇੱਕੋ ਹੀ ਹੈ ਕਿ ਕਿਸੇ ਤਰੀਕੇ ਨਾਲ ਉਹਨਾਂ ਦਾ ਪਰਿਵਾਰ ਆ ਉਹ ਪੰਜਾਬ ਦੀ ਸਿਆਸਤ ਦੇ ਉੱਤੇ ਹਾਵੀ ਰਹੇ ਔਰ ਉਸ ਸਿਆਸਤ ਨੂੰ ਉਹ ਇਸਤੇਮਾਲ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਫਾਈਨੈਂਸ਼ੀਅਲ ਐਸਟੈਬਲਿਸ਼ਮੈਂਟ ਆ ਉਸ ਨੂੰ ਵਧਾ ਸਕਣ, ਉਸ ਤੇ ਕਾਬਜ਼ ਵੀ ਰਹਿਣ, ਉਹਨੂੰ ਵਧਾ ਵੀ ਸਕਣ। ਲੁੱਟਮਾਰ ਪੰਜਾਬ ਦੇ ਸਾਧਨਾਂ ਦੀ ਕਰਨ, ਲੁੱਟਮਾਰ ਪੰਜਾਬ ਦੇ ਹੋਰ ਜਿਹੜੇ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਆਪਣੇ ਪਰਿਵਾਰ ਦੇ ਹਿੱਤ ਦੇ ਵਿੱਚ ਲਿਆ ਕੇ, ਨਾ ਕਿ ਪੰਜਾਬੀਆਂ ਦੀ ਡਿਵੈਲਪਮੈਂਟ ਲਈ, ਪੰਜਾਬੀਆਂ ਦੇ ਭਲੇ ਲਈ ਨਹੀਂ, ਇਹ ਨਹੀਂ ਹੈ। ਉਹਨਾਂ ਦਾ ਸਿਰਫ ਇਹ ਆ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਅਸੀਂ ਵੱਡੇ ਵੱਡੇ ਪਲਾਟ ਖਰੀਦ ਲਈਏ, ਵੱਡੇ ਵੱਡੇ ਹੋਟਲ ਬਣਾ ਲਈਏ, ਟਰਾਂਸਪੋਰਟ ਆਪਣੀ ਚਲਾ ਰਹੀਏ, ਕੇਬਲ ਨੈਟਵਰਕ ਆਪਣਾ, ਹਰ ਚੀਜ਼, ਰੇਤੇ ਦਾ, ਬਜਰੀ ਦਾ, ਸਭ ਚੀਜ਼ ਉਹਨਾਂ ਨੇ ਆਪਣੇ ਕੰਟਰੋਲ 'ਚ ਰੱਖ ਕੇ ਪੰਜਾਬ ਨੂੰ ਕੰਗਾਲ ਬਣਾ ਦਿੱਤਾ ਜੀ। ਡਾਕਟਰ ਸਾਹਿਬ ਚਲੋ ਇਹ ਇੱਕ ਹੈ। ਇਸ ਦੀ ਤਕਲੀਫ ਉਹਨਾਂ ਨੂੰ ਨਹੀਂ, ਬੀਜੇਪੀ ਵਾਲਿਆਂ ਨੂੰ ਜੀ। ਜਦੋਂ ਤੱਕ ਇਹ ਉਹਨਾਂ ਦੇ ਮਤਲਬ ਜਿਹੜਾ ਰਸਤਾ ਉਲੀਕਿਆ ਹੋਇਆ ਰਸਤਾ ਸਿੱਖੀ ਪ੍ਰਤੀ ਉਸ ਦੇ ਉੱਤੇ ਚੱਲ ਰਿਹਾ, ਉਨੀ ਦੇਰ ਤੱਕ ਉਹਨਾਂ ਨੂੰ ਇਸ ਦੇ ਨਾਲ ਕੋਈ ਤਕਲੀਫ ਨਹੀਂ ਜੀ, ਕਿਉਂਕਿ ਉਹਨਾਂ ਦਾ ਬਹੁਤ ਵੱਡਾ ਏਜੰਡਾ ਕਿ ਕਿਸੇ ਤਰੀਕੇ ਨਾਲ ਸਿੱਖੀ ਦੀ ਆਜ਼ਾਦਾਨਾ ਹਸਤੀ ਨੂੰ ਮਲੀਆਮੇਟ ਕਰਦੀ ਹੈ ਤੇ ਉਹਨੂੰ ਹਿੰਦੂ ਧਰਮ ਦੇ ਵਿੱਚ ਕਰਦੀ ਹੈ, ਉਹਨੂੰ ਹਿੰਦੂ ਧਰਮ ਦੇ ਵਿੱਚ ਅਬਜ਼ੌਰਬ ਕਰ ਲਈਏ, ਅਸੀਮੀਲੇਸ਼ਨ ਉਸਨੂੰ ਕਹੇ। ਤੋ ਆ ਜੋ ਕੁਛ ਮੋਦੀ ਨੇ ਕੀਤਾ, ਜਿਹੜੇ ਨਵੰਬਰ 84 ਦੇ ਕਤਲੋ ਗਾਰਤ ਦੇ ਵਿਚਾਰੇ ਵਿਕਟਮ ਆ, ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਜ਼ਖਮ ਹੈ ਉਹਨਾਂ ਦੇ ਉੱਤੇ ਨੂਨ ਛਿੜਕਿਆ ਉਸਨੇ ਜੀ। ਉਹਨਾਂ ਨੂੰ ਉਸ ਤਰੀਕੇ ਨਾਲ ਬਰਾਇਆ ਜਾ ਰਿਹਾ ਜਿਸ ਤਰੀਕੇ ਨਾਲ ਇੱਕ ਬੱਚੇ ਨੂੰ ਤੁਸੀਂ ਮਾਰੋ, ਲਾਵਾਰਸ ਬੱਚੇ ਨੂੰ ਕੁੱਟੋ, ਪਿੱਟੋ, ਉਹਨੂੰ ਹਰਟ ਕਰ ਦਿਓ ਫਿਜ਼ੀਕਲੀ, ਉਸ ਤੋਂ ਬਾਅਦ ਉਹਨੂੰ ਟੌਫੀ ਦੇ ਦਿਓ। ਇਹ ਸਿਰਫ ਤੇ ਸਿਰਫ ਇੱਕ ਐਕਸਰਸਾਈਜ਼ ਆ ਸਿੱਖਾਂ ਦਾ ਬੁੱਧੂ ਬਣਾਉਣ ਦੀ ਜੀ। ਤੋ ਉਸ ਦੇ ਨਾਲ ਸਿੱਖ ਜਿਹੜੇ ਆ ਉਹ ਇਮੋਸ਼ਨਲ ਕੌਮ ਆ, ਉਹ ਗੱਲ ਦੇ ਤਹਿ ਤੱਕ ਘਟ ਜਾਂਦੇ ਆ ਔਰ ਗੱਲ ਨੂੰ ਉੱਪਰੋਂ ਫੜਨ ਦੀ ਕੋਸ਼ਿਸ਼ ਕਰਦੇ ਆ। ਇਹ ਇਸ ਤਰੀਕੇ ਨਾਲ ਆਪਣੇ ਆਪ ਨੂੰ ਦਿਖਾਉਣਾ ਚਾਹੁੰਦਾ ਨਰਿੰਦਰ ਮੋਦੀ ਜਾਂ ਬੀਜੇਪੀ ਵੀ ਅਸੀਂ ਸਿੱਖਾਂ ਦੇ ਬਹੁਤ ਵੱਡੇ ਹਮਦਰਦ ਜੀ। ਤੋ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਤੱਕ ਸਿੱਖਾਂ ਦੇ ਹਿੱਤ ਦਾ ਇੱਕ ਵੀ ਕੰਮ ਨਹੀਂ ਕੀਤਾ। ਜਿੰਨਾ ਇਹਦਾ ਸਾਰੇ ਦਾ ਸਾਰਾ ਕੈਰੀਅਰ ਆ, ਸਿਆਸੀ ਕੈਰੀਅਰ ਆ, ਉਹ ਸਾਰਾ ਹੀ ਸਾਰਾ ਸਵਾਰਥ ਦੇ ਨਾਲ ਭਰਿਆ ਹੋਇਆ ਜੀ। ਕੋਈ ਇੱਕ ਕੰਮ ਉਹ 25 30 35 ਸਾਲ ਦੇ ਦੌਰਾਨ ਕਹਿ ਦੇਵੇ ਵੀ ਮੈਂ ਆਹ ਸਿੱਖੀ ਲਈ ਕੀਤਾ, ਆਹ ਪੰਜਾਬ ਲਈ ਕੀਤਾ, ਆਹ ਪੰਜਾਬੀਆਂ ਲਈ ਕੀਤਾ, ਬਿਲਕੁਲ ਗਲਤ। ਹਾਂ, ਅਨੇਕਾਂ ਕੰਮ ਐਸੇ ਜ਼ਰੂਰ ਉਹਨੇ ਕੀਤੇ ਆ ਜਿਹਦੇ ਨਾਲ ਸਿੱਖੀ ਨੂੰ ਢਾਹ ਲੱਗੇ, ਜਿਹਦੇ ਨਾਲ ਪੰਜਾਬੀ ਨੂੰ ਢਾਹ ਲੱਗੇ, ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਢਾਹ ਲੱਗੇ, ਜਿਹਦੇ ਨਾਲ ਪੰਜਾਬ ਨੂੰ ਢਾਹ ਲੱਗੇ। ਤੋ ਇਹ ਉਸ ਦਾ ਕਿਰਦਾਰ ਆ ਜਿਹੜਾ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ। ਸਿੱਖ ਹਲੇ ਵੀ ਭਾਵਕ ਤੌਰ ਦੇ ਉੱਤੇ ਕਈ ਬੜੇ ਉਹਦੇ ਨਾਲ ਲੱਗੇ ਹੋਏ ਆ ਔਰ ਉਹਨੂੰ ਵੋਟਾਂ ਪਾਉਂਦੇ ਆ ਔਰ ਉਹਨੂੰ ਬਾਰ-ਬਾਰ ਤਾਕਤ 'ਚ ਲਿਆਉਂਦੇ। ਅੱਜ ਜ਼ਰੂਰਤ ਹੈ ਕਿ ਸਿੱਖਾਂ ਨੂੰ ਬਾਦਲ ਰਹਿਤ ਪੰਜਾਬ ਚਾਹੀਦਾ ਔਰ ਸਿੱਖਾਂ ਨੂੰ ਇਸ ਕਿਸਮ ਦੀ ਸਿਆਸਤ ਦੀ ਜ਼ਰੂਰਤ ਆ ਜਿਹੜੀ ਪੰਜਾਬ ਨੂੰ ਸਮਰਪਿਤ ਹੋਵੇ, ਸਿੱਖੀ ਨੂੰ ਸਮਰਪਿਤ ਹੋਵੇ, ਗੁਰੂ ਨੂੰ ਸਮਰਪਿਤ ਹੋਵੇ, ਗੁਰੂ ਗ੍ਰੰਥ ਨੂੰ ਸਮਰਪਿਤ ਹੋਵੇ ਜੀ। ਡਾਕਟਰ ਸਾਹਿਬ, ਮੈਂ ਇਹ ਤੁਹਾਡੀ ਗੱਲ ਨੂੰ ਅੱਗੇ ਜਾਰੀ ਰੱਖਦੇ ਹੋਇਆ ਮੈਂ ਇਹ ਪੁੱਛਣਾ ਚਾਹੁੰਦਾ ਕਿ ਇਹ ਜਿਹੜਾ ਨਰਿੰਦਰ ਮੋਦੀ ਜੀ ਨੇ ਐਲਾਨ ਕੀਤਾ ਹੈ 5-5 ਲੱਖ ਰੁਪਇਆ ਜਿਹੜੇ ਕਤਲ ਵਗਾਰਤ ਦੇ ਜਿਹੜੇ ਵਿਕਟਿਮ ਸੇ ਉਹਨਾਂ ਵਾਸਤੇ, ਉਸ ਤੋਂ ਬਾਅਦ ਉਹਨਾਂ ਦੇ ਗ੍ਰਹਿ ਮੰਤਰਾਲਿਆ ਵੱਲੋਂ ਜਦੋਂ ਇਹ ਗੱਲ ਕਹਿਣਾ ਕਿ ਇਹੋ ਜਿਹਾ ਉਹਨਾਂ ਦਾ ਕੋਈ ਪਲਾਨ ਨਹੀਂ ਹੈ, ਇਹ ਅਖਬਾਰਾਂ ਦੇ ਵਿੱਚ ਛਪੀ ਹੋਈ ਇੱਕ ਝੂਠੀ ਖਬਰ ਹੈ। ਇਸ ਖਬਰ ਤੋਂ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਨਰਿੰਦਰ ਮੋਦੀ ਜੀ ਦਾ ਕਰੈਕਟਰ ਕਿਹੋ ਜਿਹਾ ਪੇਸ਼ ਹੁੰਦਾ ਹੈ? ਨਰਿੰਦਰ ਮੋਦੀ ਇੱਕ ਛਲੀਆ ਹੈ, ਉਹ ਛਲਣ ਦੀ ਕੋਸ਼ਿਸ਼ ਕਰ ਰਿਹਾ ਸਿੱਖਾਂ ਨੂੰ ਜੀ। ਔਰ ਸਿੱਖਾਂ ਦਾ ਇਸ ਕਿਸਮ ਦਾ ਆਚਾਰ ਹੈ ਕਿ ਉਹ ਛਲੇ ਜਾ ਸਕਦੇ ਹੈ ਜੀ। ਬੜੇ ਇਮੋਸ਼ਨਲ ਆ, ਬੜੇ ਸੈਂਟੀਮੈਂਟਲ ਆ। ਉਹਨਾਂ ਦੇ ਇਮੋਸ਼ਨਸ ਨੂੰ ਅਪੀਲ ਕਰਕੇ ਕੋਈ ਬੰਦਾ ਵੀ ਉਹਨਾਂ ਨੂੰ ਅੱਗ ਦੇ ਵਿੱਚ ਝੋਕ ਸਕਦਾ ਜੀ। ਨਰਿੰਦਰ ਮੋਦੀ ਇੱਕ ਬਹੁਤ ਚਾਲਾਕ, ਚੁਸਤ, ਚਤਰ,
ਛਲੀਆ ਕਿਸਮ ਦਾ ਆਦਮੀ ਹੈ, ਉਹਨੇ ਸਿੱਖਾਂ ਨੂੰ ਛਲਣ ਦੀ ਕੋਸ਼ਿਸ਼ ਕੀਤੀ ਹੈ ਇਹ ਅਨਾਉਂਸਮੈਂਟ ਕਰਕੇ ਜੀ। ਔਰ ਸਿੱਖ ਇਸ ਤੋਂ, ਮੈਂ ਕਾਫੀ ਸਿੱਖਾਂ ਦੇ ਵਿੱਚ ਵਿਚਰਦਾ, ਉਹ ਪ੍ਰਭਾਵਿਤ ਵੀ ਹੋਏ ਆ। ਜੀ। ਦੇਖੋ ਜੀ ਸਾਡੇ ਲਈ ਆ ਕੁਝ ਕਰਦਾ, ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ। ਆ ਹੁਣ ਕੱਲ ਪਰਸੋਂ ਉੱਥੋਂ ਆਏ ਆ ਦਿੱਲੀ ਤੋਂ ਜੀ। 3 ਨਵੰਬਰ ਨੂੰ ਉੱਥੇ ਜੰਤਰ ਮੰਤਰ ਦੇ ਉੱਤੇ ਬੜਾ ਵੱਡਾ ਇਕੱਠ ਸੀ ਸਿੱਖਾਂ ਦਾ, ਮੈਂ ਵੀ ਉਹਨਾਂ ਨੂੰ ਐਡਰੈਸ ਕੀਤਾ। ਉੱਥੇ ਵੀ ਮੈਂ ਇਹੀ ਗੱਲ ਕਹੀ ਸੀ ਜੀ ਵੀ ਤੁਸੀਂ ਭਾਵਕ ਨਾ ਹੋਵੋ, ਤੁਹਾਨੂੰ ਇਹ ਟੌਫੀਆਂ ਦੇ ਰਿਹਾ ਜੀ, ਇਸ ਦੀਆਂ ਟੌਫੀਆਂ ਲੈ ਕੇ ਤੁਸੀਂ ਨਾ ਇਸ ਦੇ ਛਲਮੇ 'ਚ ਆਓ, ਇਸ ਤੋਂ ਆਜ਼ਾਦ ਹੋ ਕੇ ਸੋਚੋ ਕਿ ਇਹਨਾਂ ਲੋਕਾਂ ਦਾ ਜਿਹੜੇ ਵਿਚਾਰੇ 30 ਸਾਲ ਤੋਂ ਇਨਸਾਫ ਦੀ ਮੰਗ ਕਰ ਰਹੇ, 30 ਸਾਲ ਤੋਂ ਰੁਲ ਰਹੇ ਹੈ, ਉਹਨਾਂ ਨੂੰ ਕੋਈ ਸੰਭਾਲਣਾ ਨਹੀਂ। ਨਾ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਤੱਕ ਉਹਨਾਂ ਦੀ ਕੋਈ ਬਾਤ ਪੁੱਛੀ ਜੀ। ਐਡੀ ਵੱਡੀ ਪੰਜਾਬ ਦੀ ਸਰਕਾਰ ਦਾ, ਸਲਤਨਤ ਦਾ ਉਹ ਮਾਲਕ ਹੋਵੇ ਜੀ, ਐਡੇ ਵੱਡੇ ਸਰਮਾਏ ਦਾ ਉਹ ਮਾਲਕ ਹੋਵੇ, ਜੀ। ਉਸ ਨੇ ਕਿਸੇ ਇੱਕ ਵਿਕਟਮ ਨੂੰ ਛਾਤੀ ਨਾਲ ਨਹੀਂ ਲਾਇਆ, ਕਿਸੇ ਇੱਕ ਬੱਚੇ ਨੂੰ ਉਸਨੇ ਸਕੂਲ ਦੇ ਵਿੱਚ ਦਾਖਲ ਨਹੀਂ ਕਰਾਇਆ, ਕਿਸੇ ਇੱਕ ਰਾਇਟ ਵਿਕਟਮ ਨੂੰ ਉਸਨੇ ਮਕਾਨ ਨਹੀਂ ਦਿੱਤਾ। ਸਰਕਾਰਾਂ ਕੀ ਨਹੀਂ ਕਰ ਸਕਦੀਆਂ? ਸਰਕਾਰਾਂ ਕੋਲ ਬਹੁਤ ਸਾਧਨ, ਔਰ ਉਹ ਵਿਚਾਰੇ ਨਹੀਂ ਕਰ ਸਕਦੀਆਂ। ਮਤਲਬ ਬੇਕਸੂਰ ਬੰਦੇ ਜੀ, ਜਿਨ੍ਹਾਂ ਤੇ ਕਿਸੇ ਨੇ ਰਹਿਮ ਨਹੀਂ ਕੀਤਾ। ਰਹਿਮ ਜੇ ਕਰਨਾ ਸੀ ਤਾਂ ਸਿੱਖਾਂ ਦੀ ਸਰਕਾਰ ਤਾਂ ਪੰਜਾਬ ਦੇ ਵਿੱਚ ਹੀ ਆ, ਬਾਹਰ ਤਾਂ ਸਿੱਖਾਂ ਦੀ ਸਰਕਾਰ ਹੀ ਨਹੀਂ ਜੀ। ਕਿਸੇ ਸਿਆਸਤਦਾਨ ਨੇ ਉਹਨਾਂ ਦੀ ਬਾਂਹ ਨਹੀਂ ਵਿਚਾਰਿਆਂ ਦੀ ਫੜੀ, ਉਹ ਰੁਲਦੇ ਆ। ਇੱਥੋਂ ਤੱਕ ਹੋ ਗਏ ਕਿ ਕਈ ਵਿਚਾਰੀਆਂ ਵਿਧਵਾਵਾਂ ਬੱਚੀਆਂ ਪੇਸ਼ਾ ਕਰਾ ਰਹੀਆਂ ਆਪਣੀ ਰੋਟੀ ਖਾਣ ਦੇ ਲਈ, ਉਹਨਾਂ ਕੋਲ ਕੋਈ ਨੌਕਰੀ ਨਹੀਂ, ਉਹਨਾਂ ਕੋਲ ਕੋਈ ਫਾਈਨੈਂਸ਼ੀਅਲ ਸਾਧਨ ਨਹੀਂ। ਇਸ ਕਿਸਮ ਦੀ ਜਿਹੜੀਆਂ ਖਬਰਾਂ ਅਖਬਾਰਾਂ ਵਿੱਚ ਹੁਣ ਆਪ 8-10 ਦਿਨਾਂ 'ਚ ਬੜੀਆਂ ਛਪੀਆਂ, ਰੈਗੂਲਰ ਆਈਆਂ, ਨਾਂ ਲਿਖੇ ਆ ਉਹਨਾਂ ਵਿਚਾਰੀਆਂ ਦੇ, ਔਰਤਾਂ ਦੇ, ਔਰ ਉਹਨਾਂ ਦੇ ਬੱਚੇ ਜਿਹੜੇ ਉਹ ਡਰੱਗ 'ਚ ਪੈ ਚੁੱਕੇ। ਔਰ ਉਹ ਸਾਰੀਆਂ ਚੀਜ਼ਾਂ ਸਰਕਾਰ ਨੂੰ ਪਤਾ ਨਹੀਂ, ਪ੍ਰਕਾਸ਼ ਸਿੰਘ ਬਾਦਲ ਨੂੰ ਜੀ। ਇਸ ਨੂੰ ਜੇ ਪਤਾ ਹੈ ਤਾਂ ਇਹਦਾ ਹਿਰਦਾ ਹਿੱਲਦਾ ਨਹੀਂ ਇਸ ਗੱਲ ਦੇ ਨਾਲ। ਅਸੀਂ ਇੱਕ ਸਧਾਰਨ ਬੰਦੇ ਹਾਂ, ਜਦੋਂ ਅਸੀਂ ਪੜ੍ਹਦੇ ਹਾਂ ਸਾਡੇ ਦਿਲ ਦੇ ਵਿੱਚੋਂ, ਅੱਖਾਂ ਦੇ ਵਿੱਚੋਂ ਖੂਨ ਦੇ ਆਂਸੂ ਬਾਹਰ ਆਉਂਦੇ ਆ ਵੀ ਇਹ ਕੀ ਹੋ ਰਿਹਾ ਸਾਡੇ ਨਾਲ। ਅਸੀਂ ਕਿਸ ਕਿਸਮ ਦਾ ਸਾਡਾ ਇਤਿਹਾਸ ਸੀ, ਅੱਜ ਸਾਡੀਆਂ ਧੀਆਂ, ਸਾਡੀਆਂ ਭੈਣਾਂ ਕਿਸ ਤਰੀਕੇ ਨਾਲ, ਕਿਸ ਹੱਦ ਤੇ ਜਾ ਕੇ ਕਿਸ ਤਰ੍ਹਾਂ ਰੋ ਰਹੀ ਹੈ। ਬਿਲਕੁਲ ਮਹਿਫੂਜ਼ ਨਹੀਂ। ਹਾਂ, ਬਿਲਕੁਲ ਮਹਿਫੂਜ਼ ਦੀ ਤਾਂ ਕੋਈ ਗੱਲ ਹੀ ਛੱਡੋ ਜੀ, ਕਿਸ ਹੱਦ ਤੱਕ ਪਹੁੰਚ ਚੁੱਕੇ। ਡਾਕਟਰ ਸਾਹਿਬ ਤੁਸੀਂ ਕੀ ਸਮਝਦੇ ਹੋ ਕਿ ਜਦੋਂ 30 ਸਾਲ ਤੋਂ ਇੱਕ ਇਹੋ ਜਿਹਾ ਕਾਰਾ ਵਾਪਰਿਆ ਹੋਵੇ ਕਤਲ ਦਾ, ਤੇ 30 ਸਾਲ ਤੋਂ ਕਿਸੇ ਕੌਮ ਨੂੰ ਇਨਸਾਫ ਨਾ ਦਿੱਤਾ ਹੋਵੇ, ਤੇ 30 ਸਾਲ ਤੋਂ ਬਾਅਦ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਉਸ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦੀ ਗੱਲ ਕਰੇ, ਇੱਕ ਤਰ੍ਹਾਂ ਨਾਲ ਉਹ ਜ਼ਖਮਾਂ ਦੇ ਉੱਤੇ ਮਲਮ ਲਾਉਣ ਵਾਲੀ ਗੱਲ ਹੈ, ਤੇ ਉਸ ਤੋਂ ਅਗਲੇ ਹੀ ਦਿਨ ਜਦੋਂ ਉਸ ਤੋਂ ਯੂ ਟਰਨ ਲੈ ਲਿਆ ਜਾਏ, ਤੇ ਤੁਸੀਂ ਕੀ ਸਮਝਦੇ ਹੋ ਕਿ ਜ਼ਖਮਾਂ ਤੇ ਇਹ ਮਲਮ ਲਗਾਏਗੀ ਜਾਂ ਉਹਨਾਂ ਤੇ ਨੂਨ ਛਿੜਕਿਆ ਗਿਆ? ਕੀ ਸਿੱਖਾਂ ਦਾ ਕੀ ਪ੍ਰਤੀਕਰਮ ਉਹਦੇ 'ਚ? ਬੁਰੀ ਤਰ੍ਹਾਂ ਨੂਨ ਛਿੜਕਿਆ। 5 ਲੱਖ ਰੁਪਈਆ ਅੱਜ ਦੇ ਸੰਦਰਭ ਦੇ ਵਿੱਚ ਕੁਝ ਵੀ ਨਹੀਂ ਹੈ ਜੀ। 5 ਲੱਖ ਨਾਲ ਨਾ ਕੋਈ ਮਕਾਨ ਆਉਂਦਾ, ਨਾ ਕੋਈ ਕਿਸੇ ਬੰਦੇ ਦਾ ਰੁਜ਼ਗਾਰ ਚੱਲਦਾ, ਨਾ ਉਹ ਆਪਣੇ ਬੱਚਿਆਂ ਦੀ ਸ਼ਾਦੀ ਕਰ ਸਕਦੇ ਆ। ਇਹ ਸਾਰਾ ਇੱਕ ਬੜਾ ਖੇਡ ਖੇਡੀ ਗਈ ਹੈ ਸਿੱਖਾਂ ਦੇ ਸੈਂਟੀਮੈਂਟ, ਛਲਾਵਾ ਕੀਤਾ ਗਿਆ। ਔਰ ਉਸ ਨੂੰ ਕਈ ਸਿੱਖਾਂ ਨੇ ਮਤਲਬ ਬਹੁਤ ਸੀਰੀਅਸਲੀ ਲਿਆ। ਮੈਂ ਬਹੁਤ ਵਾਰੀ ਕਿਹਾ ਵੀ ਇਹ ਆਦਮੀ ਤੋਂ ਤੁਹਾਨੂੰ ਕੋਈ ਉਮੀਦ ਨਹੀਂ ਰੱਖਣੀ। ਡਾਕਟਰ ਸਾਹਿਬ ਤੁਸੀਂ ਕੀ ਸਮਝਦੇ ਹੋ? ਉਸ ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਨਹੀਂ ਜਦੋਂ ਕੁਝ ਕਰ ਸਕਿਆ, ਬਲਕਿ ਉਹ ਸਿੱਖ ਸੀ, ਉਹ ਹਰਮੰਦਰ ਦਰਬਾਰ ਸਾਹਿਬ ਵੀ ਜਾਂਦਾ, ਪਾਠ ਵੀ ਥੋੜ੍ਹਾ ਬਹੁਤਾ ਕਰਦਾ, ਉਹਦੀ ਵਾਈਫ ਵੀ ਪਾਠ ਕਰਦੀ, ਉਹ ਨਹੀਂ ਕੁਝ ਕਰ ਸਕਿਆ ਤੇ ਇਹ ਕੀ ਕਰਨ? ਔਰ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ 717 ਕਰੋੜ ਰੁਪਈਆ ਜਿਹੜਾ ਉਹਨੇ ਅਨਾਊਂਸ ਕੀਤਾ ਸੀ ਪਾਰਲੀਮੈਂਟ ਦੇ ਵਿੱਚ, ਉਹ ਸੈਂਕਸ਼ਨਡ ਸੀਗਾ। ਉਸ ਦੇ ਵਿੱਚੋਂ ਬਾਕੀ ਬਚਦਾ ਇਹ ਪੈਸਾ ਜਿਹੜਾ ਉਹ ਦੇ ਨਹੀਂ ਸੀ ਸਕੇ, ਉਹ ਡਿਸਟ੍ਰੀਬਿਊਟ ਨਹੀਂ ਸੀ ਕਰ ਸਕੇ ਟੋਟਲ ਪੈਸਾ। ਔਰ ਉਹ ਬਾਕੀ ਦਾ ਬਚਦਾ ਪੈਸਾ ਉਹ ਇਹਨੇ ਅਨਾਊਂਸ ਕੀਤਾ ਸੀ, ਉਹ ਹੋਰ ਜਗ੍ਹਾ ਲੱਗ ਹੀ ਨਹੀਂ ਸਕਦਾ ਜੀ। ਮਤਲਬ ਕਿ ਉਹ ਆਲਰੇਡੀ ਸੈਂਕਸ਼ਨ ਹੋਇਆ ਹੋਇਆ ਹੈ। ਉਹ ਸੈਂਕਸ਼ਨ ਹੋਈ ਵੀ ਅਮਾਊਂਟ ਆ ਜਿਹੜੀ ਡਾਕਟਰ ਮਨਮੋਹਨ ਸਿੰਘ ਦੀ ਨਾਲਾਇਕੀ ਨਾਲ ਉਹ ਜਿਹੜੇ ਵਿਚਾਰੇ ਪੀੜਤ ਲੋਕ ਆ, ਉਹ ਜਿਹੜੇ ਦੁਖੀ ਲੋਕ ਆ, ਉਹਨਾਂ ਤੱਕ ਨਹੀਂ ਪਹੁੰਚ ਸਕਿਆ ਜੀ। ਉਹਨੂੰ ਇਹ ਚਾਹੀਦਾ ਸੀ ਘੱਟ ਤੋਂ ਘੱਟ ਜਿਹੜਾ ਬਾਕੀ ਪੈਸਾ ਬਚ ਗਿਆ ਉਹਦੀ ਇੱਕ ਕਾਲੋਨੀ ਬਣਾ ਦਿੰਦਾ, ਉਹਦੇ 'ਚ ਛੋਟੇ ਛੋਟੇ ਘਰ ਬਣਾ ਦਿੰਦਾ। ਬਹੁਤ ਸਾਧਨ ਸੀ ਉਹਨਾਂ ਵਿੱਚ, ਉਹਨਾਂ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਦੇ ਬੱਚਿਆਂ ਲਈ ਕੋਈ ਸਕੂਲ ਖੋਲ੍ਹ ਦਿੰਦਾ। ਉੱਥੇ ਜਿਹੜੇ ਲੋਕ ਵਿਚਾਰੇ ਕਈ ਸੀਰੀਅਸ ਬਿਮਾਰੀਆਂ ਨਾਲ, ਕੈਂਸਰ ਨਾਲ, ਹੋਰ ਇਸ ਕਿਸਮ ਦੀਆਂ ਜਿਹੜੀਆਂ ਬੜੀਆਂ ਘਾਤਕ ਬਿਮਾਰੀਆਂ ਉਹਨਾਂ ਨਾਲ ਸਫ਼ਰ ਕਰ ਰਹੇ ਆ ਲੋਕ, ਉਹਨਾਂ ਲਈ ਕੋਈ
ਛੋਟੀ ਮੋਟੀ ਰਾਹਤ ਉਹਨਾਂ ਨੂੰ ਦਿੰਦਾ, ਉਸ ਨੇ ਕੁਝ ਨਹੀਂ ਕੀਤਾ। ਉਹ ਨਹੀਂ ਕਰ ਸਕੇ। ਹਾਂ, ਨਹੀਂ ਕਰ ਸਕੇ। ਉਸ ਤੋਂ ਬਾਅਦ ਇਸ ਨੇ ਉਦੋਂ ਵੱਡਾ ਮਖੌਲ ਕੀਤਾ ਸਿੱਖਾਂ ਦੇ ਨਾਲ ਜੀ। ਔਰ ਇਹ ਸਿੱਖਾਂ ਦੇ ਲਈ ਜਿਹੜੀ ਉਹਨਾਂ ਦੀ ਦਰਦਨਾਕ ਕਹਾਣੀ ਹੈ, ਹਿੰਦੁਸਤਾਨ ਦੇ ਆਜ਼ਾਦੀ ਤੋਂ ਬਾਅਦ ਇਸ ਸੋ ਕਾਲਡ ਡੈਮੋਕ੍ਰੇਸੀ, ਜਿਹਦੇ ਵਿੱਚ ਜੁਡੀਸ਼ਰੀ ਵੀ ਆ, ਜਿਹਦੇ 'ਚ ਲੈਜਿਸਲੇਚਰ ਵੀ ਆ, ਜਿਹਦੇ 'ਚ ਐਗਜ਼ੈਕਟਿਵ ਵੀ ਆ, ਤਿੰਨਾਂ ਨੇ ਕਿਸੇ ਨੇ ਸਾਡੇ ਨਾਲ ਸਿੱਖਾਂ ਨਾਲ ਇਨਸਾਫ ਨਹੀਂ ਕੀਤਾ। ਅੱਜ ਜੁਡੀਸ਼ਰੀ ਕਿਸੇ ਵੀ ਸੂਬੇ 'ਚ ਕਿਸੇ ਜਗ੍ਹਾ ਦੇ ਉੱਤੇ ਜੇ ਕੋਈ ਪੁਲ ਟੁੱਟ ਜੇ, ਕਿਤੇ ਟ੍ਰੈਫਿਕ ਜੈਮ ਹੋ ਜੇ, ਕਿਤੇ ਉਹ ਟੋਲ ਟੈਕਸ ਦੀ ਕੋਈ ਪ੍ਰੋਬਲਮ ਹੋਵੇ, ਉੱਥੋਂ ਆ ਕੇ ਖੜੇ ਹੋ ਜਾਂਦੇ ਆ, ਭਾਈ ਕਰੋ ਇਹ ਕੰਮ। ਇੱਕ ਜਗ੍ਹਾ ਲਾਠੀ ਚੱਲੇ, ਉੱਥੇ ਉਹ ਕਹਿੰਦੇ ਆ ਵੀ ਅਸੀਂ ਸੂਓ ਮੋਟਮ ਨੋਟਿਸ ਲੈ ਰਹੇ ਹਾਂ, ਐ ਨਹੀਂ, ਆਹ ਸਰਕਾਰ ਨੂੰ ਆਦੇਸ਼ ਦਿੰਦੇ, ਐ ਨਹੀਂ ਭਾਈ, ਐਂ ਕਰੋ, ਜਲਦੀ ਕਰੋ ਜੀ। ਤਾਂ ਉਸ ਵੇਲੇ ਜੁਡੀਸ਼ਰੀ ਹਿੰਦੁਸਤਾਨ ਦੀ ਸੁਸਰੀ ਵਾਂਗੂ ਸੁੱਤੀ ਵੀ ਸੀ, ਔਰ ਸੁੱਤੀ ਹੀ ਨਹੀਂ ਸੀ ਬਲਕਿ ਉਹਨਾਂ ਦੀ ਉਸ ਕਤਲੋ ਗਾਰਤ ਦੇ ਵਿੱਚ ਸ਼ਮੂਲੀਅਤ ਸੀ, ਕਿਉਂਕਿ ਉਹਨਾਂ ਨੇ ਆਵਾਜ਼ ਨਹੀਂ ਉਠਾਈ ਜੀ। ਔਰ ਉਸ ਤੋਂ ਬਾਅਦ ਵੀ ਜੋ ਫੈਸਲੇ ਵੀ ਦਿੱਤੇ ਗਏ, ਉਹ ਸਾਰੇ ਦੇ ਸਾਰੇ ਜਿਹੜੇ ਸੀ ਉਹ ਸਿੱਖਾਂ ਦੇ ਖਿਲਾਫ ਸੀ। ਤੋ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਸਿੱਖਾਂ ਨੂੰ ਕਿਸੇ ਤੋਂ ਕੋਈ ਇਨਸਾਫ ਦੀ ਉਮੀਦ ਨਹੀਂ, ਜੁਡੀਸ਼ਰੀ ਤੋਂ ਕੋਈ ਇਨਸਾਫ ਦੀ ਉਮੀਦ ਨਹੀਂ, ਕਿਸੇ ਪੋਲੀਟੀਕਲ ਪਾਰਟੀ, ਸਿਆਸੀ ਪਾਰਟੀ ਤੋਂ ਇਨਸਾਫ ਦੀ ਉਮੀਦ ਨਹੀਂ। ਜੇ ਹੋਣੀ ਚਾਹੀਦੀ ਸੀ ਤਾਂ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਤੋਂ ਹੋਣੀ ਚਾਹੀਦੀ ਸੀ। ਸ਼੍ਰੋਮਣੀ ਅਕਾਲੀ ਦਲ ਦੀ ਜ਼ਮੀਰ ਹੀ ਵਿਕੀ ਹੋਈ ਹੈ, ਉਸ ਦੀ ਆਤਮਾ ਹੀ ਖਤਮ ਹੋ ਚੁੱਕੀ ਹੈ, ਹੋਰ ਕਿਸ ਤੋਂ ਉਹ ਸਹਾਰਾ ਪਾ ਸਕਦੇ। ਡਾਕਟਰ ਸਾਹਿਬ, ਕੀ ਸਮਝਦੇ ਹੋ ਤੁਸੀਂ ਕਿ ਅਕਸਰ ਹੀ ਜਦੋਂ ਕੋਈ ਇਲੈਕਸ਼ਨ ਦੇ ਦਿਨ ਆਉਂਦੇ ਨੇ ਜਾਂ ਕੋਈ ਇਹੋ ਜਿਹੇ ਐਲਾਨ ਕਰਨੇ ਹੁੰਦੇ ਨੇ, ਤੇ ਜਿਹੜੇ ਸਾਡੇ ਰਾਜਨੀਤਿਕ ਲੋਕ ਨੇ ਇਹੋ ਜਿਹੇ ਐਲਾਨ ਤਾਂ ਕਰ ਦਿੰਦੇ ਨੇ ਇਸ, ਪਰ ਉਹਦੇ ਤੇ ਇੰਪਲੀਮੈਂਟੇਸ਼ਨ ਨਹੀਂ ਹੁੰਦੀ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ। ਕੀ ਇਉਂ ਨਹੀਂ ਹੋਣਾ ਚਾਹੀਦਾ ਕਿ ਜਿਹੜੇ ਵੀ ਲੋਕ ਇਲੈਕਸ਼ਨ ਦੇ ਦਿਨਾਂ ਵਿੱਚ ਜਾਂ ਇਹੋ ਜਿਹੇ ਐਲਾਨ ਕਰਨ ਤੋਂ ਬਾਅਦ ਤੋਂ ਮੁੱਕਰ ਜਾਣ, ਉਹਨਾਂ ਦੇ ਉੱਪਰ ਇੱਕ ਕਾਨੂੰਨੀ ਇੱਕ ਕੇਸ ਦਰਜ ਹੋਣਾ ਚਾਹੀਦਾ ਕਿ ਉਹ ਕੌਮ ਦੇ ਨਾਲ ਜਾਂ ਨੇਸ਼ਨ ਦੇ ਨਾਲ ਧੋਖਾ ਕਰ ਰਿਹਾ ਹੈ, ਇੱਦਾਂ ਦੀ ਗੱਲਾਂ। ਮਨਜੀਤ ਸਿੰਘ ਜੀ ਇੰਨੇ ਹੁਸ਼ਿਆਰ ਆਦਮੀ ਹੈ, ਉਹ ਕਹਿ ਦਿੰਦੇ ਅਸੀਂ ਤਾਂ ਇਹ ਬਿਆਨ ਹੀ ਨਹੀਂ ਦਿੱਤਾ, ਸਾਡਾ ਤੋੜ ਮੋੜ ਕੇ ਟੀਵੀ ਨੇ ਬਿਆਨ ਲਾਤਾ, ਚਾਹੇ ਉਹਨਾਂ ਦਾ ਲਾਈਵ ਸਟੇਟਮੈਂਟ ਹੋਵੇ, ਟੀਵੀ ਦੇ ਜਿਹੜੀ ਸਕਰੀਨ ਦੇ ਉੱਤੇ ਉਹਨਾਂ ਦਾ ਬਿਆਨ ਦਿੱਤਾ ਹੋਇਆ ਹੋਵੇ, ਉਹ ਕਹਿੰਦੇ ਜੀ ਸਾਡਾ ਤਾਂ ਡਾਕਟਰ ਕਰਤਾ ਇਹਨਾਂ ਨੇ, ਅਸੀਂ ਤਾਂ ਇਹ ਬਿਆਨ ਹੀ ਨਹੀਂ ਦਿੱਤਾ। ਉਹ ਸਾਡੇ ਨਾਲੋਂ ਜ਼ਿਆਦਾ ਚਲਾਕ ਤੇ ਸਾਡੇ ਨਾਲੋਂ ਜ਼ਿਆਦਾ ਚਤੁਰ ਲੋਕ ਆ, ਬੇਈਮਾਨ ਲੋਕ ਆ, ਝੂਠੇ ਲੋਕ ਆ, ਮਕਾਰ ਲੋਕ ਆ। ਉਹਨਾਂ ਦੇ ਕਿਸੇ ਵੀ ਲਫ਼ਜ਼ ਨੂੰ ਤੁਸੀਂ ਕਦੇ ਸੀਰੀਅਸਲੀ ਨਾ ਲਓ। ਅੱਜ ਜ਼ਰੂਰਤ ਆ ਸਿੱਖਾਂ ਨੂੰ ਆਪਣੀ ਕੋਈ ਸੁਹਿਰਦ ਕਿਸਮ ਦੀ ਜਥੇਬੰਦੀ ਬਣਾਉਣ, ਔਰ ਉਹ ਜਥੇਬੰਦੀ ਜਿਹੜੀ ਸਿੱਖਾਂ ਨੂੰ ਸਮਰਪਿਤ ਹੋਵੇ, ਸਿੱਖੀ ਨੂੰ ਸਮਰਪਿਤ ਹੋਵੇ, ਗੁਰੂ ਗ੍ਰੰਥ ਨੂੰ ਸਮਰਪਿਤ ਹੋਵੇ, ਗੁਰੂਆਂ ਨੂੰ ਸਮਰਪਿਤ ਹੋਵੇ, ਪੰਜਾਬ ਨੂੰ ਸਮਰਪਿਤ ਹੋਵੇ, ਪੰਜਾਬੀ ਨੂੰ ਸਮਰਪਿਤ। ਮੈਂ ਕਹੀ ਸੀ ਉੱਥੇ ਜਿਹੜੀ ਪੰਜਾਬ ਤੇ ਸਿੱਖ ਹੱਕਾਂ ਦੀ ਗੱਲ ਕਰ ਸਕੇ। ਹਾਂ, ਮੈਂ ਉੱਥੇ ਇੱਕ ਗੱਲ ਕਹੀ ਸੀ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਸਮ੍ਰਿਤੀ ਇਰਾਨੀ ਹਿੰਦੁਸਤਾਨ ਦੀ ਐਜੂਕੇਸ਼ਨ ਮਿਨਿਸਟਰ ਆ, ਉਸ ਨੇ ਹਿੰਦੀ ਲਾਗੂ ਕਰਨ ਦੀ ਸਾਰੇ ਹਿੰਦੁਸਤਾਨ ਦੇ ਵਿੱਚ ਆਦੇਸ਼ ਦਿੱਤੇ। ਹੋਮ ਮਿਨਿਸਟਰ ਨੇ ਕਿਹਾ ਵੀ ਸਾਰਾ ਕਮਿਊਨੀਕੇਸ਼ਨ ਆ ਹਿੰਦੁਸਤਾਨ ਦੇ ਵਿੱਚ ਉਹ ਹਿੰਦੀ ਦਾ ਹੋਣਾ ਚਾਹੀਦਾ। ਉਸ ਦੇ ਉੱਤੇ ਸਾਊਥ ਦੀਆਂ ਸਟੇਟਾਂ ਨੇ, ਖਾਸ ਤੌਰ ਤੇ ਤਾਮਿਲਨਾਡੂ ਦੇ ਦੋਨਾਂ ਪਾਰਟੀਆਂ ਨੇ, ਅੰਨਾ DMK ਔਰ DMK ਪਾਰਟੀ ਨੇ ਬਹੁਤ ਅੱਛੇ ਸਟੈਂਡ ਲਏ ਔਰ ਬਹੁਤ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਵੀ ਅਸੀਂ ਇਹ ਚੀਜ਼ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਵਾਂਗੇ ਜੀ। ਸ਼ਰਮ ਦੀ ਗੱਲ ਹੈ ਕਿ ਪੰਜਾਬ ਦੀ ਅਕਾਲੀ ਦਲ ਦੇ ਕਿਸੇ ਇੱਕ ਲੀਡਰ ਨੇ ਉਸ ਦਾ ਕੋਈ ਨੋਟਿਸ ਹੀ ਨਹੀਂ ਲਿਆ, ਜਿਵੇਂ ਕੋਈ ਉਹ ਗੱਲ ਹੀ ਨਹੀਂ ਹੈ, ਉਹਦੇ ਤੇ ਆਬਜੈਕਸ਼ਨ ਹੀ ਨਹੀਂ ਕੀਤਾ। ਹਾਂ, ਉਹਦੇ ਤੇ ਆਬਜੈਕਸ਼ਨ ਹੀ ਨਹੀਂ ਕੀਤਾ। ਜਿਹੜੀ ਹਿੰਦੂ ਮਹਾਸਭਾ ਦਾ ਪ੍ਰੀ ਪਾਰਟੀਸ਼ਨ ਜਿਹੜੀ 1947 ਤੋਂ ਬਾਅਦ ਇੱਕ ਗੱਲ ਸੀ, ਹਿੰਦੀ ਹਿੰਦੂ ਹਿੰਦੁਸਤਾਨ ਜੀ, ਹਿੰਦੀ ਹਿੰਦੂ ਹਿੰਦੁਸਤਾਨ ਦਾ ਨਾਰਾ ਸੀ ਉਹਨਾਂ ਨੇ। 1947 ਤੋਂ ਬਾਅਦ ਉਹਨਾਂ ਨੇ ਕਿਹਾ ਵੀ ਹਿੰਦੁਸਤਾਨ ਵੀ ਮਿਲ ਗਿਆ, ਸਮਝੇ ਜੀ, ਹਿੰਦੂਆਂ ਨੂੰ ਮਿਲ ਗਿਆ, ਪਰ ਹਿੰਦੀ ਲਾਗੂ ਨਹੀਂ ਹੋਈ ਜੀ। ਹਿੰਦੀ ਲਾਗੂ ਕਰਵਾਉਣ ਲਈ ਪੰਡਿਤ ਜਵਾਹਰ ਲਾਲ ਨਹਿਰੂ, ਜਿਹੜਾ ਆਪਣੇ ਆਪ ਨੂੰ ਸੈਕੂਲਰ ਕਹਿੰਦਾ, ਉਸ ਨੇ ਜਿਹੜੀ ਉਸ ਵੇਲੇ ਕੰਸਟੀਚੂਐਂਟ ਅਸੈਂਬਲੀ ਸੀ, ਉਸ ਦੇ ਵਿੱਚ ਰੈਜ਼ੋਲੂਸ਼ਨ ਲੈ ਕੇ ਗਏ ਵੀ ਅਸੀਂ ਹਿੰਦੀ ਸਾਰੇ ਹਿੰਦੁਸਤਾਨ ਦੀ ਲੈਂਗੁਆ ਫਰੈਂਕਾ ਬਣਾਵਾਂਗੇ ਜੀ। ਤਾਂ ਉਸ ਦੇ ਉੱਤੇ ਜਿਹੜੀਆਂ ਸਦਰਨ ਸਟੇਟਾਂ ਸੀ ਉਹਨੇ ਬਹੁਤ ਪ੍ਰੋਟੈਸਟ ਕੀਤਾ
ਕਿ ਇਹ ਗੱਲ ਅਸੀਂ ਕਿਸੇ ਕੀਮਤ ਤੇ ਵੀ ਐਕਸੈਪਟ ਨਹੀਂ ਕਰਨਾ, ਐਗਰੀ ਨਹੀਂ ਕਰਾਂਗੇ, ਕਿਉਂਕਿ ਸਾਡਾ ਸਾਰਾ ਕਲਚਰਲ, ਸਾਡਾ ਸਾਰਾ ਟ੍ਰੈਡੀਸ਼ਨ, ਸਾਡਾ ਸਾਰਾ ਇਤਿਹਾਸ ਇਸ ਚੀਜ਼ ਦੇ ਨਾਲ ਖਤਮ ਹੋ ਜਾਏਗਾ ਜੀ। ਤੁਹਾਨੂੰ ਮੈਂ ਗੱਲ ਦੱਸਾਂ ਮਨਜੀਤ ਸਿੰਘ ਜੀ, ਤੁਸੀਂ ਰੋਗੇ ਕਿ 2 ਸਿੱਖ ਮੈਂਬਰ ਸੀ ਉਸ ਵੇਲੇ ਜਿਨ੍ਹਾਂ ਦੀ ਸਪੋਰਟ ਦੇ ਨਾਲ ਉਹ ਰੈਜ਼ੋਲੂਸ਼ਨ ਪਾਸ ਹੋਇਆ। ਇਹ ਸਾਡੀ ਟ੍ਰੈਜੇਡੀ ਹੈ, ਉਹ ਸਿੱਖਾਂ ਦੀ ਟ੍ਰੈਜੇਡੀ ਹੈ। ਕੌਣ ਸਨ ਜੀ ਉਹ 2? ਉਹ ਮੈਂ ਹੁਣ ਕੀ ਤੁਹਾਨੂੰ ਦੱਸਾਂ, ਗੁਰਮੁਖ ਸਿੰਘ ਮੁਸਾਫਰ ਇੱਕ ਸੀ ਜੀ, ਸਮਝੇ, ਇੱਕ ਪਤਾ ਨਹੀਂ ਹੋਰ ਦੂਜਾ ਬੰਦਾ ਮੈਨੂੰ ਹੁਣ ਭੁੱਲ ਗਿਆ ਕੌਣ ਸੀ ਜੀ। ਤੋ ਉਹਨਾਂ ਦੀ ਸਪੋਰਟ ਦੇ ਨਾਲ ਉਹ ਰੈਜ਼ੋਲੂਸ਼ਨ ਕੰਸਟੀਚੂਐਂਟ ਅਸੈਂਬਲੀ 'ਚ ਪਾਸ ਹੋਇਆ। ਪਰ ਬਾਵਜੂਦ ਇਸ ਗੱਲ ਦੇ ਜਿਹੜੇ ਸਾਊਥ ਇੰਡੀਆ ਦੇ ਲੋਕ ਆ, ਉਹਨਾਂ ਨੇ ਉਸ ਦੀ ਮੁਖਾਲਫਤ ਟੁੱਥ ਐਂਡ ਨੇਲ ਕੀਤੀ, ਤਾਂ ਨਹੀਂ ਲਾਗੂ ਹੋ ਸਕਿਆ। ਉਹ ਤੁਹਾਡੇ ਕਹਿਣ ਤੋਂ ਭਾਵ ਹੈ ਕਿ ਜੇ ਉਹ ਉਸ ਨੂੰ ਸਪੋਰਟ ਨਾ ਕਰਦੇ ਤੇ ਉਹ ਰੈਜ਼ੋਲੂਸ਼ਨ ਪਾਸ ਹੀ ਨਹੀਂ ਸੀ ਹੋਣਾ, ਉਹਦਾ ਵਜੂਦ ਹੀ ਨਹੀਂ ਸੀ ਰਹਿਣਾ। ਤੋ ਇਹ ਸ਼ਰਮ ਦੀ ਗੱਲ ਆ ਇਹ ਸਾਡੇ ਲਈ। ਦੇਖੋ ਇਹ ਗੱਲ ਬਹੁਤ ਵੱਡੀ ਆ, ਜੇ ਸਾਡੇ ਤੇ ਹਿੰਦੀ ਲਾਗੂ ਹੋ ਜਾਂਦੀ ਆ ਦੇਵਨਾਗਰੀ ਸਕ੍ਰਿਪਟ ਦੇ ਵਿੱਚ, ਤਾਂ ਸਿੱਖ ਧਰਮ ਖਤਮ ਹੋ ਜਾਏਗਾ। ਦੁਨੀਆ ਦੇ ਵਿੱਚ ਜਿੱਥੇ ਇਸਲਾਮ ਫੈਲਿਆ ਉੱਥੇ ਉਹਨਾਂ ਨੇ ਜਿਹੜੀ ਉਹਨਾਂ ਦਾ ਮਤਲਬ ਸਕ੍ਰਿਪਟ ਆ ਉਹ ਬਦਲੀ ਹੈ। ਉਹਨਾਂ ਨੇ ਫਾਰਸੀ ਦੀ ਸਕ੍ਰਿਪਟ ਦੇ ਵਿੱਚ, ਅਰੇਬਿਕ ਸਕ੍ਰਿਪਟ ਦੇ ਵਿੱਚ ਉੱਥੇ ਆਪਣੀ ਜ਼ਬਾਨ ਲਾਗੂ ਕੀਤੀ। ਜਦੋਂ ਉਹਨਾਂ ਨੇ ਸਕ੍ਰਿਪਟ ਉਹ ਲੈ ਲਈ ਤਾਂ ਉਹਨਾਂ ਨੇ ਧਰਮ ਆਟੋਮੈਟਿਕਲੀ ਲਿਆ ਜਾਂਦਾ। ਸਾਡੀ ਜਿਹੜੀ ਪੰਜਾਬੀ ਸੂਬੇ ਦੀ ਸਾਰੀ ਸਟਰਗਲ ਆ ਉਸ ਦੇ ਵਿੱਚ ਇਹ ਅਖੀਰ ਦਮ ਤੇ ਜਦੋਂ ਇਹ ਕਹਿੰਦੇ ਹੁੰਦੇ ਸੀ ਪੰਜਾਬ ਦੇ ਜਿਹੜੇ ਹਿੰਦੂ ਮਹਾਸਭਾ ਦੇ ਲੀਡਰ ਤੇ ਜੋ RSS ਦੇ ਜੋ ਉਸ ਵੇਲੇ ਦੀ ਜਨਸੰਘ ਸੀ ਉਹਦੇ ਲੀਡਰ ਕਹਿੰਦੇ ਸੀ ਵੀ ਦੇਵਨਾਗਰੀ ਦੇ ਵਿੱਚ ਤੁਸੀਂ ਪੰਜਾਬੀ ਲਾਗੂ ਕਰ ਲਓ। ਦੇਵਨਾਗਰੀ ਜਿਹੜੀ ਆ ਸੰਸਕ੍ਰਿਤ ਦੀ ਜਿਹੜੀ ਸਕ੍ਰਿਪਟ ਆ ਜਿਹਦੇ ਨਾਲ ਹਿੰਦੀ ਲਿਖੀ ਜਾਂਦੀ ਆ, ਉਹਦੇ ਰਾਹੀਂ ਅਸੀਂ ਪੰਜਾਬੀ ਲਾਗੂ ਕਰ ਦਿੰਦੇ ਹਾਂ ਪੰਜਾਬ 'ਚ। ਇਹ ਬਹੁਤ ਬੜਾ ਟ੍ਰਿਕ ਆ। ਕਿਸ ਤਰ੍ਹਾਂ ਟ੍ਰਿਕ ਆ? ਹੁਣ ਮੈਨੂੰ ਦੱਸੋ, ਰਾੜਾ ਜਿਹੜਾ ਲਫ਼ਜ਼ ਆ ਉਹ ਹਿੰਦੀ 'ਚ ਤੁਸੀਂ ਲਿਖ ਸਕਦੇ? ਕੋਈ ਹਿੰਦੀ ਦਾ ਕਿੱਡੇ ਤੋਂ ਕਿੱਡਾ ਵਿਦਵਾਨ ਹੋਵੇ ਉਹ ਰਾੜਾ ਲਿਖ ਸਕਦਾ? ਉਹ ਊੜਾ ਲਿਖ ਸਕਦਾ? ਸਾਡੀ ਆਪਣੀ ਜ਼ਬਾਨ ਆ, ਉਸ ਦੀ ਸਾਡੀ ਆਪਣੀ ਗੁਰਮੁਖੀ ਸਕ੍ਰਿਪਟ ਆ। ਤਾਂ ਉਸ ਵੇਲੇ ਪੰਜਾਬ ਦੇ ਵਿੱਚ ਸਿੱਖ ਵਿਦਵਾਨਾਂ ਨੇ, ਮੈਨੂੰ ਯਾਦ ਆ ਮੈਂ ਉਸ ਵੇਲੇ ਪੜ੍ਹਦਾ ਸੀਗਾ, ਡਾਕਟਰ ਗੰਡਾ ਸਿੰਘ, ਭਾਈ ਜੋ ਸਿੰਘ, ਸਾਰਿਆਂ ਨੇ ਇਸ ਗੱਲ ਦਾ ਬਹੁਤ ਵੱਡਾ ਲੈਟਰਸ ਟੂ ਦੀ ਐਡੀਟਰ ਲਿਖੇ, ਆਰਟੀਕਲ ਲਿਖੇ ਬਈ ਇਹ ਤਾਂ ਸਾਨੂੰ ਖਤਮ। ਪ੍ਰੋਫੈਸਰ ਪ੍ਰੀਤਮ ਸਿੰਘ ਜੀ, ਉਹ ਗੁਜ਼ਰੇ ਜਿਹੜੇ ਪਟਿਆਲੇ ਦੇ ਬੜੇ ਵਿਦਵਾਨ ਸੀ ਉਹ ਜ਼ਬਾਨ ਦੇ, ਉਹਨਾਂ ਨੇ। ਔਰ ਇਸ ਮੈਂ ਹੁਣ ਤੁਹਾਨੂੰ ਦੱਸ ਦਿਆਂ, ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਜਿਹੜਾ ਸਵਰਨ ਸਿੰਘ ਸੀ ਬੋਪਾ ਰਾਏ ਜੀ, ਉਸ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਪੰਜਾਬੀ ਨੂੰ ਜਿਹੜੀ ਆ ਦੇਵਨਾਗਰੀ ਸਕ੍ਰਿਪਟ 'ਚ ਅਸੀਂ ਲਾਗੂ ਕਰ ਦਾਂਗੇ। ਉਹ ਬੇਵਕੂਫ ਆਦਮੀ ਜਿਸ ਨੂੰ ABC ਇੱਕ IAS 'ਚ ਆਉਣਾ ਹੀ ਨਹੀਂ ਸਭ ਕੁਝ ਹੁੰਦਾ, ਉਸ ਦੀ ਹਰ ਗੱਲ ਦੀ ਬੜੀ ਤੈਅ ਹੁੰਦੀ ਆ, ਹਰ ਗੱਲ ਦੇ ਬੜੇ ਪੱਧਰ ਹੁੰਦੇ ਆ। ਉਸ ਨੇ ਇਹ ਗੱਲ ਉੱਥੇ ਕਰਨੀ ਸ਼ੁਰੂ ਕੀਤੀ। ਪ੍ਰੋਫੈਸਰ ਪ੍ਰੀਤਮ ਸਿੰਘ ਵਾਹਦ ਇੱਕ ਆਦਮੀ ਸੀ ਜਿਸ ਨੇ ਉਸ ਦੇ ਖਿਲਾਫ ਸਟੈਂਡ ਲਿਆ। ਹੋਰ ਵੀ ਸਿੱਖ ਵਿਦਵਾਨਾਂ ਨੇ ਸਟੈਂਡ ਲਿਆ, ਅਸੀਂ ਵੀ ਉਸ ਦੇ ਖਿਲਾਫ ਬੜਾ ਵੱਡਾ ਸਟੈਂਡ ਲਿਆ। ਤੋ ਇਹ ਕਹਿਣ ਦੀਆਂ ਗੱਲਾਂ ਇਹ ਬੜੀਆਂ ਮਤਲਬ ਜਿਸ ਤਰ੍ਹਾਂ ਤੁਸੀਂ ਕਹੋ ਨਾ ਕੈਪਸੂਲ ਆ, ਉੱਤੋਂ ਮਿੱਠਾ ਅੰਦਰ ਜ਼ਹਿਰ। ਤਾਂ ਫਿਰ ਉਸਨੇ ਵਾਪਸ ਲਈ ਆਪਣੀ ਉਹ ਗੱਲ। ਮਤਲਬ ਇਸ ਤਰੀਕੇ ਦੇ ਨਾਲ ਕਾਂਗਰਸ ਰਾਜ ਦੇ ਵਿੱਚ ਜਦੋਂ ਕਿ ਅਮਰਿੰਦਰ ਸਿੰਘ ਪੰਜਾਬ ਦਾ ਚੀਫ ਮਿਨਿਸਟਰ ਸੀ, ਸਵਰਨ ਸਿੰਘ ਬੋਪਾ ਰਾਏ ਵਾਈਸ ਚਾਂਸਲਰ ਸੀ ਪੰਜਾਬੀ ਯੂਨੀਵਰਸਿਟੀ ਦਾ, ਉਸ ਤੋਂ ਇਹ ਗੱਲ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਸਿੱਖ ਵਿਦਵਾਨਾਂ ਦੀ ਮੁਖਾਲਫਤ ਦੇ ਅੱਗੇ ਉਹਨਾਂ ਨੂੰ ਉਹ ਚੀਜ਼ ਵਾਪਸ ਲੈਣੀ ਪਈ। ਪਰ ਇਸ ਦੇ ਵਿੱਚ ਮਤਲਬ ਮੈਂ ਤੁਹਾਨੂੰ ਇਹ ਗੱਲ ਮਤਲਬ ਦੱਸਣੀ ਚਾਹੁੰਦਾ ਸਿੱਖਾਂ ਨੂੰ ਤੁਹਾਡੇ ਚੈਨਲ ਦੇ ਥਰੂ ਕਿ ਗੱਲਾਂ ਮਤਲਬ ਹਰ ਪਹਿਲੂ ਦੇ ਉੱਤੇ ਇਹ ਚਾਲ ਚੱਲੀ ਜਾ ਰਹੀ। ਤੁਸੀਂ ਕਾਂਗਰਸ ਨੂੰ ਵੀ ਆਪਣਾ ਨਾ ਸਮਝੋ ਵੀ ਉਹ ਤੁਹਾਡੇ ਵੈਲ ਵਿਸ਼ਰ ਆ। ਉਹ ਸੈਕੂਲਰਿਜ਼ਮ ਦੇ ਗਾਰਬ ਦੇ ਹੇਠਾਂ, ਪਰਦੇ ਦੇ ਹੇਠਾਂ ਉਹ ਵੀ ਉਹ ਹਿੰਦੂਤਵ ਦਾ ਏਜੰਡਾ ਹੀ ਚਾਲੂ ਕਰ ਰਹੇ ਆ ਆਪਣੇ ਢੰਗ ਨਾਲ। ਇਹ ਸਿੱਧੇ ਹੋ ਕੇ ਇਹ ਕੈਪਸੂਲ ਨਹੀਂ ਹੈ ਜੀ। ਕਾਂਗਰਸ ਨੇ ਅਤਿਆਚਾਰ ਕਰਾਇਆ ਸਿੱਖਾਂ ਤੇ 84 ਚ, ਹੋਰ ਕੀ ਨਹੀਂ ਕਰਾਇਆ ਜੀ। ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕਰਾਇਆ। ਅੱਜ ਤੱਕ ਕੋਈ ਵੀ ਪਾਰਟੀ ਨੇ ਇਹ ਨਹੀਂ ਕਿਹਾ ਵੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਨਿਰਦੋਸ਼ ਲੋਕ ਮਾਰੇ ਗਏ ਉਹ ਕੌਣ ਸੀ, ਉਹਨਾਂ ਦੀ ਕੋਈ ਲਿਸਟ ਜਾਰੀ ਕਰ ਦਿਓ, ਕਿੰਨੀ ਗਿਣਤੀ ਸੀ। ਕਿਸੇ ਨੇ ਇਸ ਗੱਲ ਦੀ ਮੰਗ ਨਹੀਂ ਕੀਤੀ। ਪੰਜਾਬ ਦਾ ਜਿਹੜਾ ਚੀਫ ਮਿਨਿਸਟਰ ਜਦੋਂ ਸਰਕਾਰ ਤੋਂ ਬਾਹਰ ਹੁੰਦਾ ਫਿਰ ਤਾਂ ਆਰਟੀਕਲ 25 ਦੀ ਵੀ ਗੱਲ ਕਰਦਾ
ਜਿਹਦੇ ਵਿੱਚ ਮਤਲਬ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਮੰਨਿਆ ਗਿਆ। ਲੇਕਿਨ ਜਦੋਂ ਸਰਕਾਰ 'ਚ ਹੁੰਦਾ ਸਭ ਕੁਝ ਭੁੱਲ ਜਾਂਦਾ ਜੀ। ਸਾਰੀ ਚੀਜ਼ ਦੇ ਉੱਤੇ ਪੋਚਾ ਮਾਰ ਕੇ ਉਸ ਦਾ ਇੱਕੋ ਚੀਜ਼ 'ਤੇ ਯਤਨਸ਼ੀਲ ਹੁੰਦਾ ਕਿ ਕਿਸ ਤਰੀਕੇ ਨਾਲ ਮੈਂ ਆਪਣੇ ਪਰਿਵਾਰ ਦਾ ਅਤੇ ਆਪਣਾ ਗਲਬਾ ਪੰਜਾਬ ਦੀ ਸਿਆਸਤ 'ਤੇ ਰੱਖਾਂ, ਔਰ ਫਿਰ ਉਸ ਸਿਆਸਤ ਦੀ ਤਾਕਤ ਦੇ ਨਾਲ ਆਪਣਾ ਜਿਹੜਾ ਜ਼ਾਤੀ ਸਰਮਾਇਆ ਪਰਿਵਾਰ ਦਾ ਉਸ ਨੂੰ ਵਧਾਵਾਂ। ਇਸ ਦੇ ਕੋਲ ਕੋਈ ਏਜੰਡਾ ਨਹੀਂ, ਇਸ ਦੇ ਕੋਲ ਕੋਈ ਪੰਜਾਬੀਆਂ ਦੇ, ਪੰਜਾਬ ਦੇ ਸਿੱਖਾਂ ਦੇ ਹਿੱਤ ਲਈ ਕੋਈ ਚੀਜ਼ ਨਹੀਂ। ਡਾਕਟਰ ਸਾਹਿਬ, ਕੀ ਤੁਸੀਂ ਸਮਝਦੇ ਹੋ ਕਿ ਜਦੋਂ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਵੀ ਕੌਮ ਦੇ ਉੱਤੇ ਜ਼ੁਲਮ ਹੋਏ ਲੋਕਾਂ ਦੇ ਵਾਸਤੇ ਰਾਹਤ ਵਾਸਤੇ ਇੱਕ ਅਮਾਊਂਟ ਫਿਕਸ ਕਰੇ ਕਿ ਅਸੀਂ ਇਹ ਦਿਆਂਗੇ ਤੇ ਉਸ ਤੋਂ ਬਾਅਦ ਉਹਦਾ ਯੂ ਟਰਨ ਲੈ ਜਾਏ, ਤਾਂ ਕਿ ਜਿਹੜੀਆਂ ਘੱਟ ਗਿਣਤੀ ਕੌਮਾਂ ਨੇ ਹਿੰਦੁਸਤਾਨ ਵਿੱਚ ਰਹਿਣ ਵਾਲੀਆਂ, ਕੀ ਉਹਨਾਂ ਦਾ ਸਰਕਾਰ ਦੇ ਉੱਤੇ ਜਾਂ ਪ੍ਰਧਾਨ ਮੰਤਰੀ ਉੱਤੇ ਵਿਸ਼ਵਾਸ ਬਣ ਸਕਦਾ? ਦੇਖੋ ਜੀ, ਗੱਲ ਇਹ ਆ, ਉਹ ਖੇਲ ਰਿਹਾ ਸਿੱਖਾਂ ਦੇ ਸੈਂਟੀਮੈਂਟਸ ਦੇ ਨਾਲ। ਉਹ ਸਿੱਖਾਂ ਦੀਆਂ ਵੋਟਾਂ ਦਿੱਲੀ ਦੇ ਵਿੱਚ ਲੈਣੀਆਂ ਚਾਹੁੰਦਾ। ਇਹ ਸਾਰੀ ਉਹਦੀ ਪੋਲੀਟੀਕਲ ਮੂਵ ਆ। ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਆ ਰਹੇ ਨੇ, ਜਿਹੜੀ ਹੁਣ ਦਿੱਲੀ ਦੀ ਇਲੈਕਸ਼ਨ ਆ ਰਹੀ, ਜਿਹੜੀ ਅਨਾਉਂਸ ਹੋਈ ਹੈ, ਪਰਸੋਂ ਅਨਾਉਂਸ ਹੋ ਗਈ। ਇਸੇ ਵਾਸਤੇ ਉਹ ਜਿਹੜਾ ਨਿਰਵਾਚਨ ਜਿਹੜਾ ਆਪਣਾ ਆਯੋਗ ਹੈਗਾ, ਇਲੈਕਸ਼ਨ ਕਮਿਸ਼ਨ, ਹਾਂਜੀ, ਉਸਨੇ ਰਿਪੋਰਟ ਮੰਗੀ ਹੈ ਕਿ ਤੁਸੀਂ ਦੱਸੋ, ਉਹਨੇ ਬਿਲਕੁਲ ਨੋਟਿਸ ਲਿਆ ਹੈ ਕਿਤੇ ਵੀ ਇਹ ਲਿਊਰ ਤੇ ਨਹੀਂ ਕੀਤਾ ਜਾ ਰਿਹਾ ਪਬਲਿਕ ਨੂੰ। ਉਹ ਸਾਰੀ ਦੀ ਸਾਰੀ ਜਿਹੜੀ ਪ੍ਰਕਿਰਿਆ ਇਸ ਬੰਦੇ ਦੀ ਚਾਲ ਆ ਜੀ, ਔਰ ਉਹ ਬੜੀ ਡੂੰਘੀ ਚਾਲ ਆ ਜੀ। ਅਮਰਿੰਦਰ ਸਿੰਘ ਨੇ ਕੱਲ ਪਰਸੋਂ ਬਿਆਨ ਦਿੱਤਾ ਸੀ ਕਿ ਪਿੰਡਾਂ ਦੇ ਵਿੱਚ RSS ਦੀਆਂ ਸ਼ਾਖਾਂ ਖੁੱਲ ਰਹੀਆਂ ਜੀ। ਇਹ ਗੱਲ ਬੜੀ ਭਿਆਨਕ ਆ, ਬੜੀ, ਇਸ ਨੂੰ ਸਿੱਖਾਂ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ, ਔਰ ਸਿੱਖਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ RSS ਦੇ ਨਾਲ ਕੋਈ ਕਿਸੇ ਕਿਸਮ ਦਾ ਰਿਸ਼ਤਾ ਨਹੀਂ ਚਾਹੀਦਾ ਜੀ। RSS ਦਾ ਤੇ ਸਿੱਖਾਂ ਦਾ ਇੱਕੋ ਹੀ ਰਿਸ਼ਤਾ, ਜਿਵੇਂ ਅੱਗ ਤੇ ਪਾਣੀ ਦਾ ਰਿਸ਼ਤਾ, ਬਿਲਕੁਲ ਆਪੋਜ਼ਿਟ। ਹਾਂ, ਬਿਲਕੁਲ ਆਪੋਜ਼ਿਟ ਆ। ਜਾਂ ਅੱਗ ਰਹੇਗੀ ਜਾਂ ਪਾਣੀ ਰਹੇਗਾ ਜੀ। ਬਾਕੀ ਕੋਈ ਉਹਦੇ 'ਚ ਕੋਈ ਕੰਪਰੋਮਾਈਜ਼ ਨਹੀਂ ਹੈ, ਕੋਈ ਐਡਜਸਟਮੈਂਟ ਨਹੀਂ ਹੈ। ਉਹਨਾਂ ਨੇ ਸਿੱਖਾਂ ਦੇ ਵਿੱਚੋਂ ਹੀ ਬੰਦੇ ਤੋੜ ਕੇ ਉਹਨਾਂ ਨੂੰ ਉਹਨਾਂ ਨੇ ਪਲਾਂਟ ਕਰ ਰਹੇ ਆ ਜਗ੍ਹਾ ਜਗ੍ਹਾ 'ਤੇ। ਹੁਣ ਜਿਵੇਂ ਮੈਂ ਤੁਹਾਨੂੰ ਦੱਸਾਂ, ਰਾਜ ਮਹਿੰਦਰ ਸਿੰਘ ਰਾਜਿੰਦਰ ਮੋਹਨ ਸਿੰਘ ਚੀਨਾ, ਜਿਹੜਾ ਸੈਕਟਰੀ ਆ ਖਾਲਸਾ ਕਾਲਜ ਮੈਨੇਜਿੰਗ ਕਮੇਟੀ ਦਾ ਜੀ, ਜਿੱਥੇ ਮਜੀਠੀਆ ਜਿਹੜਾ ਹੈ ਉਹ ਪ੍ਰੈਜ਼ੀਡੈਂਟ ਆ ਖਾਲਸਾ ਕਾਲਜ ਮੈਨੇਜਿੰਗ ਕਮੇਟੀ ਦਾ, ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਦਾ ਕੁੜਮ ਆ ਪੰਜਾਬ ਦੇ ਚੀਫ ਮਿਨਿਸਟਰ ਦਾ। ਉਸ ਜਗ੍ਹਾ ਦੇ ਉੱਤੇ ਜਿਹੜਾ ਡੇ ਟੂ ਡੇ ਕੰਮ ਕਰਨ ਵਾਲਾ, ਕਿਉਂਕਿ ਮਜੀਠੀਆ ਤਾਂ ਰਹਿੰਦਾ ਦਿੱਲੀ 'ਚ ਜੀ, ਰਾਜਿੰਦਰ ਮੋਹਨ ਸਿੰਘ ਚੀਨਾ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਬੈਠਾ, ਉਹ BJP ਇਕਾਈ ਦਾ ਅੰਮ੍ਰਿਤਸਰ ਦਾ ਪ੍ਰਧਾਨ ਆ ਜੀ। ਤਾਂ ਉਸ ਨੇ ਜੋ ਕੁਝ ਕਾਰਵਾਈ ਕਰਨੀ ਹੈ ਉਹ ਕੋਈ ਸਿੱਖਾਂ ਦੇ ਹੱਕ ਵਿੱਚ ਤਾਂ ਨਹੀਂ ਕਰਨੀ, ਉਸ ਨੇ ਤਾਂ ਉਸ ਦੇ ਉੱਤੇ ਆਪਣਾ ਜਿਹੜਾ ਏਜੰਡਾ ਹੈ BJP ਵਾਲਾ ਉਹ ਲਾਗੂ ਕਰਨਾ ਜੀ। ਤੋ ਇਹ ਸਾਰੀਆਂ ਜਿਹੜੀਆਂ ਚਾਲਾਂ ਬੜੀਆਂ ਭਿਆਨਕ ਆ, ਬੜੀਆਂ ਫਿਕਰ ਕਰਨ ਵਾਲੀਆਂ, ਪਰ ਸਿੱਖ ਸੁੱਤੇ ਪਏ ਆ। ਸਿੱਖ ਉਸ ਦਾ ਕੋਈ ਨੋਟਿਸ ਨਹੀਂ ਲੈ ਰਹੇ ਜੀ। ਸਿੱਖ ਉਸ ਦਾ ਕੋਈ ਨੋਟਿਸ ਨਹੀਂ ਲੈ ਰਹੇ। ਤੋ ਹਰ ਗੱਲ ਦੇ ਉੱਤੇ, ਹਰ ਸ਼ਾਖ ਦੇ ਉੱਤੇ ਉਹਨਾਂ ਨੇ ਆਪਣੇ ਆਪਣੇ ਬੰਦੇ ਬਿਠਾਤੇ ਆ। ਪੰਜ ਗੇੜੀਆਂ ਮਾਰੀਆਂ ਮੋਹਨ ਭਗਵਤ ਨੇ ਪੰਜਾਬ ਦੇ ਵਿੱਚ, ਆਹ ਇਲੈਕਸ਼ਨਾਂ ਜਿਹੜੀਆਂ ਪਾਰਲੀਮੈਂਟ ਦੀਆਂ ਹੋਈਆਂ ਉਸ ਤੋਂ ਬਾਅਦ ਜੀ। ਉਹ ਵੱਡੇ ਸ਼ਹਿਰਾਂ 'ਚ ਨਹੀਂ ਗਿਆ, ਉਹ ਛੋਟੇ ਛੋਟੇ ਕਸਬਿਆਂ 'ਚ ਗਿਆ। ਸੁਨਾਮ ਇੱਕ ਛੋਟਾ ਜਿਹਾ ਕਸਬਾ, ਮਾਨਸਾ, ਇਸ ਤਰ੍ਹਾਂ ਛੋਟੇ ਛੋਟੇ ਕਸਬਿਆਂ ਦੇ ਵਿੱਚ ਜਾ ਕੇ ਉੱਥੇ ਉਹਨੇ, ਕਿਉਂਕਿ ਉੱਥੇ ਸਿੱਖਾਂ ਦੀ ਜਿਹੜੀ ਆਬਾਦੀ ਆ ਉਹ ਮੈਜੋਰਿਟੀ ਆ ਜੀ। ਵੱਡੇ ਸ਼ਹਿਰਾਂ ਦੇ ਵਿੱਚ ਸਿੱਖ ਮਿਨੋਰਿਟੀ ਦੇ ਵਿੱਚ ਆ, ਇੱਕ ਦੋ ਹੀ ਸ਼ਹਿਰ ਆ ਸਾਰੇ ਵੱਡੇ ਜਿਹੜੇ ਜਿੱਥੇ ਸਿੱਖਾਂ ਦੀ ਗਿਣਤੀ ਜ਼ਿਆਦਾ ਹੈ। ਜਿੰਤੇ ਜਿਸ ਤਰ੍ਹਾਂ ਤੁਸੀਂ ਮੋਹਾਲੀ ਲੈ ਲਓ, ਪਟਿਆਲੇ 'ਚ ਹੋ ਸਕਦਾ ਸਿੱਖਾਂ ਦੀ ਗਿਣਤੀ ਜ਼ਿਆਦਾ ਹੋਵੇ, ਵਰਨਾ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਸਿੱਖ ਘੱਟ ਗਿਣਤੀ 'ਚ ਜੀ। ਤਾਂ ਉੱਥੇ ਸਿੱਖਾਂ, ਉਹਨੂੰ ਫਿਕਰ ਨਹੀਂ ਉਹਨਾਂ ਗੱਲਾਂ ਦਾ, ਉਹਨੂੰ ਫਿਕਰ ਆ ਵੀ ਜੇ ਮੈਂ ਛੋਟੇ ਕਸਬਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਜਾ ਕੇ ਆਪਣੀਆਂ ਸ਼ਾਖਾਵਾਂ ਖੋਲ੍ਹ ਕੇ ਸਿੱਖਾਂ ਨੂੰ ਇਸ ਗੱਲ 'ਚ ਅਸੀਮੀਲੇਟ ਕਰ ਲਾਂ, ਮਿਲਾ ਲਾਂ, ਸਿੱਖਾਂ ਦੀਆਂ ਭਾਵਨਾਵਾਂ ਆਪਣੇ ਨਾਲ ਜੋੜ ਲਾਂ, ਤਾਂ ਮਤਲਬ ਮੇਰੀ ਜਿਹੜੀ ਲੜਾਈ ਆ, ਮੇਰਾ ਜਿਹੜਾ ਮਕਸਦ ਆ, ਮੇਰਾ ਜਿਹੜਾ ਏਜੰਡਾ ਉਹ ਫੁੱਲਫਿਲ ਹੋ ਜਾਵੇ। ਉਹ ਸੌਖਿਆ ਹੀ ਹਾਸਲ ਕੀਤਾ ਜਾ ਸਕਦਾ ਹੈ, ਸੌਖਿਆ ਹੀ ਟਾਰਗੇਟ ਕੀਤਾ। ਹਾਂ, ਤੋ ਇਹ ਚੀਜ਼ ਹੈ। ਤੇ ਡਾਕਟਰ ਸਾਹਿਬ, ਫਿਰ
ਇਹਦੇ ਬਾਰੇ ਜਦ ਇਹ ਸਭ ਕੁਝ ਹੋ ਰਿਹਾ ਹੈ, ਸਿੱਖ ਵਿਦਵਾਨ ਤੁਸੀਂ ਹੋ, ਸਰਦਾਰ ਗੁਰਤੇਜ ਸਿੰਘ ਜੀ ਨੇ ਜਾਂ ਆਪਣੇ ਸਰਦਾਰ ਅਜਮੇਰ ਸਿੰਘ ਜੀ ਨੇ, ਉਹ ਟਾਈਮ ਟੂ ਟਾਈਮ ਗਾਏ ਬਗਾਏ ਇਹਦੇ ਬਾਰੇ ਸਿੱਖਾਂ ਨੂੰ ਅਗਾਹ ਕਰਦੇ ਰਹਿੰਦੇ। ਹਾਂਜੀ, ਕੀ ਸਮਝਦੇ ਹੋ ਕਿ ਸਿੱਖਾਂ ਨੂੰ ਇਹੋ ਜਿਹੀ ਕਿਹੜੀ ਰਣਨੀਤੀ ਅਪਣਾਉਣੀ ਚਾਹੀਦੀ ਹੈ ਕਿ ਆਪਣੇ ਇਸ ਮਿਸ਼ਨ ਦੇ ਵਿੱਚ, ਇਸ ਮਕਸਦ ਦੇ ਵਿੱਚ RSS ਜਾਂ BJP ਕਾਮਯਾਬ ਨਾ ਹੋ ਸਕੇ ਤੇ ਜਿਹੜੀ ਸਿੱਖੀ ਦੀ ਵਿਲੱਖਣ ਹੋਂਦ ਹੈ ਉਹਦੇ ਵਿੱਚ ਜਜ਼ਬ ਨਾ ਹੋ ਸਕੇ? ਦੇਖੋ, ਤੁਸੀਂ ਗੱਲ ਬੜੀ ਸਿਆਣੀ ਗੱਲ ਕੀਤੀ ਹੈ। ਆ ਜਿਹੜੀ ਸਟੇਟਮੈਂਟ ਦੇਣੀ ਹੈ ਨਾ, ਇਹਦਾ ਕੋਈ ਬਹੁਤਾ ਵੱਡਾ ਮੁੱਲ ਨਹੀਂ ਪੈਂਦਾ ਜੀ। ਇਹਦਾ ਵੱਡਾ ਮੁੱਲ ਉੱਥੇ ਪੈਂਦਾ ਜਿੱਥੇ ਜਿਹੜੀ ਕੌਮ ਸੁਚੇਤ ਹੋਵੇ ਜੀ। ਮਾਫ ਕਰਨਾ, ਸਾਡੀ ਸਿੱਖ ਕੌਮ ਸੁਚੇਤ ਨਹੀਂ ਹੈ ਜੀ, ਸਾਡੀ ਸਿੱਖ ਕੌਮ ਗੰਭੀਰ ਨਹੀਂ ਹੈ। ਅੱਜ ਜ਼ਰੂਰਤ ਕੀ ਹੈ? ਅੱਜ ਬਿਆਨ ਦੇ ਨਾਲ, ਮੇਰੇ ਬਿਆਨ ਦੇ ਨਾਲ, ਗੁਰਤੇਜ ਸਿੰਘ ਦੇ ਬਿਆਨ ਦੇ ਨਾਲ, ਅਜਮੇਰ ਸਿੰਘ ਦੇ ਬਿਆਨ ਦੇ ਨਾਲ ਮਸਲੇ ਹੱਲ ਨਹੀਂ ਹੋਣੇ। ਅੱਜ ਸਾਨੂੰ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਜਾਣਾ ਪਏਗਾ ਜੀ। ਆਪਣੇ ਜਿਹੜੇ ਸੁੱਖ ਸਾਧਨ ਆ ਉਹਨਾਂ ਨੂੰ ਸੈਕਰੀਫਾਈਸ ਕਰਨੀ ਪਏਗੀ। ਜਿਹੜਾ ਗੁਰੂ ਨੇ ਸਾਡੀ ਉਮਰ ਦਿੱਤੀ ਆ ਇਸ ਤੋਂ ਵੱਧ, ਉਹ ਸਾਰੀ ਦੀ ਸਾਰੀ ਸਾਨੂੰ ਆਪਣੀ ਕੌਮ ਨੂੰ ਸੁਚੇਤ ਕਰਨ ਲਈ ਲਾਉਣੀ ਪੈਣੀ ਹੈ। ਕਿਸ ਤਰ੍ਹਾਂ ਲਾਉਣੀ ਪੈਣੀ ਹੈ? ਜਿਸ ਤਰ੍ਹਾਂ ਸਿੰਘ ਸਭਾ ਦੇ ਵਿਦਵਾਨਾਂ ਨੇ ਲਾਈ, ਭਾਈ ਦਿੱਤ ਸਿੰਘ ਨੇ ਲਾਈ, ਪ੍ਰੋਫੈਸਰ ਗੁਰਮੁਖ ਸਿੰਘ ਨੇ ਲਾਈ, ਭਾਈ ਜਵਾਹਰ ਸਿੰਘ ਨੇ ਲਾਈ, ਭਾਈ ਜੋਤ ਸਿੰਘ ਨੇ ਲਾਈ, ਇਸੇ ਤਰੀਕੇ ਨਾਲ ਭਾਈ ਕਾਹਨ ਸਿੰਘ ਨੇ ਲਾਈ। ਉਹ ਕੋਈ ਲਿਖਦੇ ਵੀ ਸੀ, ਕਲਮ ਵੀ ਚਲਾਉਂਦੇ ਸੀ, ਲੇਕਿਨ ਕਲਮ ਚਲਾਉਣ ਦੇ ਨਾਲ ਨਾਲ ਉਹ ਲੋਕਾਂ ਦੇ ਵਿੱਚ ਵਿਚਰਦੇ ਸੀ, ਲੋਕਾਂ ਦੇ ਵਿੱਚ ਜਾਂਦੇ ਸੀ। ਉਹਨਾਂ ਨੇ ਅੱਜ ਤਾਂ ਸਾਨੂੰ ਬਹੁਤ ਬੜੇ ਸਾਧਨ, ਕੰਪਿਊਟਰ ਆ, ਕਿੰਨੀ ਬੜੀ ਪ੍ਰਿੰਟਿੰਗ ਦੀ ਸਹੂਲਤ ਆ। ਉਹ ਛਾਪੇ ਵਾਲੇ ਜਿਹੜੇ ਪ੍ਰੈਸ ਸੀ ਉਸ ਦੇ ਵਿੱਚੋਂ ਛਪਾ ਕੇ ਗੱਠੜੀਆਂ ਅਖਬਾਰਾਂ ਦੀਆਂ, ਪੈਂਫਲੇਟਸ ਦੀਆਂ, ਟਰੈਕਟਸ ਦੀਆਂ ਆਪਣੇ ਮੋਢਿਆਂ 'ਤੇ ਰੱਖ ਕੇ ਘਰ ਘਰ ਦੇ ਵਿੱਚ ਜਾ ਕੇ ਵੰਡਦੇ ਸੀ, ਲੋਕਾਂ ਨੂੰ ਸਮਝਾਉਂਦੇ ਸੀ, ਲੋਕਾਂ ਦੇ ਵਿੱਚ ਵਿਚਰਦੇ ਸੀ। ਤਾਂ ਸਿੱਖੀ ਬਚੀ ਆ। ਉਹਨਾਂ ਲੋਕਾਂ ਦੀਆਂ ਅਣਥੱਕ ਤੇ ਸਮਝੋ ਵੀ ਅਣਗਿਣਤ ਸੇਵਾਵਾਂ ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ, ਜਿਹਦਾ ਮੁੱਲ ਹੀ ਨਹੀਂ ਪਾਇਆ, ਜਿਹਦਾ ਮੁੱਲ ਹੀ ਨਹੀਂ ਪਾ ਸਕਦੀ ਸਿੱਖ ਕੌਮ, ਉਹਨਾਂ ਦੀਆਂ ਸੇਵਾਵਾਂ ਕਰ ਸਦਕਾ ਅੱਜ ਸਿੱਖੀ ਖੜੀ ਹੈ। ਜੇ ਖੜੀ ਹੈ ਤੇ ਲੇਕਿਨ ਸਿੱਖੀ ਨੂੰ ਢਾਹ ਲਾਉਣ ਵਾਲੇ ਉਸ ਵੇਲੇ ਵੀ ਸੀਗੇ, ਅੱਜ ਵੀ ਹੈਗੇ। ਅੱਜ ਜ਼ਿਆਦਾ ਪ੍ਰਬਲ ਆ ਕਿਉਂਕਿ ਉਹਨਾਂ ਕੋਲ ਸਿਆਸੀ ਤਾਕਤ ਵੀ ਹੈ। ਸਿਆਸੀ ਤਾਕਤ ਤੋ ਅੱਜ ਦੀ ਜਿਹੜੀ ਸਥਿਤੀ ਦੇ ਵਿੱਚ ਮੈਂ ਇਹ ਸਮਝਦਾ ਕਿ ਸਾਨੂੰ ਆਪਣੇ ਜਿਹੜੇ ਅਸੀਂ ਪੜ੍ਹੇ ਲਿਖੇ ਬੰਦੇ, ਸਿੱਖੀ ਨਾਲ ਸੁਹਿਰਦ ਆ, ਸਿੱਖੀ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਸਮਝੇ ਵੇ ਹਾਂ, ਉਹਨਾਂ ਨੂੰ ਆਪਣੀ ਜਗ੍ਹਾਵਾਂ ਛੱਡ ਕੇ ਲੋਕਾਂ 'ਚ ਜਾਣ ਦੀ ਲੋੜ ਆ। ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਆ, ਲੋਕਾਂ ਨੂੰ ਸਮਝਾਉਣ ਦੀ ਜ਼ਰੂਰਤ ਆ, ਲੋਕਾਂ ਨੂੰ ਇਹ ਆਦੇਸ਼ ਦੇਣ ਦੀ ਜ਼ਰੂਰਤ ਆ ਵੀ ਇਹਨਾਂ ਤੋਂ ਬਚ ਕੇ ਰਹੋ RSS ਵੱਲ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂ, ਧੰਨਵਾਦ। ਤੇ ਅਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਸਿੱਖ ਸੰਗਤਾਂ ਨੂੰ ਤੇ ਪੰਜਾਬ ਵਾਸੀਆਂ ਨੂੰ ਇਸ ਗੱਲ ਦੇ ਲਈ ਆਗਾਹ ਕਰਨਾ ਚਾਹੁੰਦੇ ਹਾਂ ਕਿ ਇਹੋ ਜਿਹੇ ਛਲਾਵਿਆਂ ਦੇ ਵਿੱਚ ਬਿਲਕੁਲ ਨਾ ਆਉਣ, ਕਿਉਂਕਿ ਜਿਹੜੇ ਜ਼ਖਮ 30 ਸਾਲ ਪਹਿਲਾਂ ਕਾਂਗਰਸ ਸਰਕਾਰ ਨੇ ਦਿੱਤੇ, ਕਤਲੋ ਗਾਰਤ ਦੇ ਵਿੱਚ ਸਿੱਖਾਂ ਦੇ ਉੱਤੇ ਬੜਾ ਜ਼ੁਲਮ ਕੀਤਾ ਗਿਆ, ਉਹਦਾ ਜਿਹੜਾ ਇਨਸਾਫ ਹੈ ਉਹ ਇਨਸਾਫ ਦੇ ਨਾਲ ਹੀ ਉਹਨਾਂ ਨੂੰ ਰਾਹਤ ਮਿਲ ਸਕਦੀ ਹੈ, ਕਿਸੇ ਪੈਸਿਆਂ ਜਾਂ ਕੁਛ ਛਿਲੜਾਂ ਦੇ ਨਾਲ ਨਹੀਂ ਮਿਲ ਸਕਦੀ। ਸਿੱਖਾਂ ਨੂੰ ਇਹੋ ਜਿਹੇ ਆਪਣੇ ਉੱਪਰ ਹੋਣ ਵਾਲੇ ਹਮਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਤੇ ਸਿੱਖ ਦੇ ਜਿਹੜੇ ਪੰਥ ਦੇ ਜਿਹੜੇ ਬੁੱਧੀਜੀਵੀ ਨੇ ਉਹ ਹੁਣ ਆਪਣੇ ਘਰ ਤੇ ਸੁੱਖ ਆਰਾਮ ਨੂੰ ਛੱਡ ਕੇ ਉਹ ਪਿੰਡਾਂ ਦੇ ਵਿੱਚ ਪਹੁੰਚ ਕਰਨ, ਉਹਨਾਂ ਲੋਕਾਂ ਤੱਕ ਪਹੁੰਚ ਕਰਨ ਜਿਨ੍ਹਾਂ ਲੋਕਾਂ ਨੂੰ ਇਹਦੇ ਬਾਰੇ ਸਮਝ ਨਹੀਂ, ਉਹਨਾਂ ਨੂੰ ਦੱਸਣ ਦੀ ਗੱਲ ਕਰਨ ਤਾਂ ਕਿ ਲੋਕ ਸੁਚੇਤ ਹੋ ਸਕਣ। ਤੇ ਜਿਹੜੀ RSS ਨੇ ਇਹ ਨਵਾਂ ਆਪਣਾ ਸ਼ੁਰੂ ਕੀਤਾ ਹੈ ਪਿੰਡਾਂ ਦੇ ਵਿੱਚ ਸ਼ਾਖਾਵਾਂ ਖੋਲ੍ਹਣ ਦਾ, ਲੋਕਾਂ ਨੂੰ ਉਸ ਤੋਂ ਸੁਚੇਤ ਕਰਾਉਣ, ਤਾਂ ਹੀ ਸਿੱਖੀ ਬਚ ਸਕਦੀ ਹੈ। ਤੇ ਇਹੀ ਸਿੱਖੀ ਦੇ ਵਾਸਤੇ ਇੱਕ ਯੋਗਦਾਨ, ਵੱਡਮੁੱਲਾ ਯੋਗਦਾਨ ਹੋਏਗਾ, ਜਿਹਦੇ ਨਾਲ ਗੁਰੂ ਦੀ ਇੰਨੀ ਕਾਰਨਾਂ ਨਾਲ ਕੀਤੀ ਹੋਈ ਜਿਹੜੀ ਸਿੱਖੀ ਕਾਇਮ ਹੋਈ ਹੈ ਉਹ ਬਚ ਸਕੇਗੀ। ਇਹਨਾਂ ਸ਼ਬਦਾਂ ਦੇ ਨਾਲ ਆਪ ਪਾਸੋਂ ਇਜਾਜ਼ਤ ਮੰਗਦੇ ਹਾਂ।